ਤੁਹਾਡਾ ਸਭ ਦਾ ਸਵਾਗਤ ਹੈ ਇੱਕ ਵਾਰ ਫਿਰ ਤੋਂ ਸਾਡੇ YouTube ਚੈਨਲ ਲਰਨ ਮਾਂ ਬੋਲੀ ਪੰਜਾਬੀ ਵਿੱਚ। ਮੈਂ ਲੈ ਕੇ ਆਈ ਹਾਂ ਤੁਹਾਡੇ ਲਈ ਇੱਕ ਹੋਰ ਨਵੀਂ ਵੀਡੀਓ। ਅੱਜ ਅਸੀਂ ਦਲੀਪ ਕੌਰ ਟਿਵਾਣਾ ਜੀ ਲਿਖਿਆ ਇੱਕ ਨਾਵਲ ਇਹ ਹਮਾਰਾ ਜੀਵਨਾ, ਜੋ ਕਿ ਉਹਨਾਂ ਨੇ ਪ੍ਰੋਫੈਸਰ ਪੂਰਨ ਸਿੰਘ ਜੀ ਨੂੰ ਸਮਰਪਿਤ ਕੀਤਾ ਹੈ। ਦਲੀਪ ਕੌਰ ਟਿਵਾਣਾ ਜੀ ਪ੍ਰੋਫੈਸਰ ਪੂਰਨ ਸਿੰਘ ਜੀ ਨੂੰ ਪੰਜਾਬ ਦਾ 6ਵਾਂ ਦਰਿਆ ਮੰਨਦੇ ਸੀ। ਇਸ ਨਾਵਲ ਲਈ ਉਹਨਾਂ ਨੂੰ ਸਾਹਿਤ ਅਕਾਦਮੀ ਦੁਆਰਾ 1971 ਦੇ ਵਿੱਚ ਪੁਰਸਕਾਰ ਵੀ ਮਿਲਿਆ। ਆਓ ਪੜ੍ਹਦੇ ਹਾਂ ਉਹਨਾਂ ਦਾ ਨਾਵਲ ਇਹ ਹਮਾਰਾ ਜੀਵਨਾ, ਜੋ ਕਿ ਬਹੁਤ ਹੀ ਜ਼ਿਆਦਾ ਮਸ਼ਹੂਰ ਹੋਇਆ, ਬਹੁਤ ਹੀ ਜ਼ਿਆਦਾ ਪ੍ਰਸਿੱਧ ਹੋਇਆ ਤੇ ਇਸ ਦੇ ਉੱਪਰ ਫਿਲਮ ਵੀ ਬਣ ਚੁੱਕੀ ਹੈ। ਕੱਚੇ ਪੱਕੇ ਘਰਾਂ ਵਾਲਾ ਛੋਟਾ ਜਿਹਾ ਪਿੰਡ ਦੀ ਕਿਤੋਂ ਸੁੱਕੀ ਕਿਤੋਂ ਗਿੱਲੀ ਵਿੰਗੀ ਟੇਢੀ ਬੀਹੀ ਦੇ ਪਰਲੇ ਸਿਰੇ ਉੱਤੇ ਮੋਕਲੇ ਮੀਨਸ ਪੀੜੇ ਜਿਹੇ ਵਿਹੜੇ ਵਾਲਾ ਨਰੈਣੇ ਅਮਲੀ ਦਾ ਘਰ। ਭਾਨੋ ਘਰ ਸੰਭਰ ਰਹੀ ਹੈ। ਸੰਭਰਨਾ ਮੀਨਸ ਸਾਫ ਸੁਥਰਾ ਕਰਨਾ। ਨੀ ਬੇਬੇ ਸੰਤੀ, ਤੂੰ ਕੁਝ ਸੁਣਿਆ? ਕਹਿੰਦੇ ਨੇ ਗੰਗਾ ਦੇ ਨਹਾਉਣ ਗਿਆ ਨਰੈਣ ਅਮਲੀ ਤੀਵੀਂ ਲੈ ਆਇਆ। ਦਿਆਲੋ ਨੇ ਸਿਰ ਉੱਤੇ ਗੋਹੇ ਕੂੜੇ ਦੇ ਭਾਰੇ ਟੋਕਰੇ ਸਮੇਤ ਸੰਤੀ ਦੇ ਦਰਾਂ ਮੂਹਰੇ ਖੜੋਂਦਿਆਂ ਕਿਹਾ, ਆਹੋ ਕੁੜੇ, ਗੰਗਾ ਮਾਈ ਸਦੀਆਂ ਪੌਣੀਆਂ ਪੂਰੀਆਂ ਕਰਦੀ ਐ। ਸੰਤੀ ਨੇ ਚਮਾਰਾਂ ਦੇ ਮੁੰਡੇ ਨੂੰ ਲੱਸੀ ਪਾਉਂਦਿਆਂ ਕਿਹਾ, ਨੀ ਜਾ, ਵੱਡੇ ਦੀ ਚੰਗੀ ਭਲੀ ਸਾਬ ਦੀ ਤੀਵੀਂ ਐ, ਖਬਰ ਨੀ ਕਿਹਦਾ ਘਰ ਪੱਟ ਕੇ ਆਈ ਹੋਊ। ਆਪਣੇ ਮੁੰਡੇ ਨੂੰ ਸਕੂਲ ਭੇਜਣ ਲਈ ਵਾਲ ਵਾਉਂਦੀ ਬਚਨੀ ਬੋਲੀ। ਮੈਂ ਤਾਂ ਮਾੜੀ ਜੀ ਕੰਧ ਉੱਤੋਂ ਦੀ ਝਾਕੀ ਸੀ, ਭਜੜੇ ਪਿੱਟੇ ਦੀ ਮਟੁੱਕ ਕੰਮ ਕਰਦੀ ਤੁਰਦੀ ਫਿਰਦੀ ਐ, ਜਿਵੇਂ ਪਿਓ ਦੀ ਸਹੇੜ ਦਾ ਘਰ ਹੋਵੇ। ਦਿਆਲੋ ਨੇ ਆਪਣੀ ਭੈਂਗੀ ਅੱਖ ਨੂੰ ਜਰਾ ਕਮੀਚ ਕੇ ਕਿਹਾ, ਨੀ ਹੋਰ ਇਹੋ ਜੀਆਂ ਨੂੰ ਸੰਗ ਸ਼ਰਮ ਕਾਦੀ, ਜਿਨ੍ਹਾਂ ਨਿੱਤ ਖਸਮ ਬਦਲਨੇ ਹੋਏ। ਬਚਨੀ ਮੁੰਡੇ ਦਾ ਕੱਸ ਕੇ ਜੂੜਾ ਕਰਦਿਆਂ ਬੋਲੀ। ਬੇਬੇ ਦੁੱਖ ਨਾ ਲਾ, ਮੁੰਡੇ ਨੇ ਰੋਣ ਹਾਕਾ ਹੋ ਕੇ ਕਿਹਾ। ਕਿਧਰੇ ਨੀ ਵੇ ਗੁੜ ਦੇ ਕੇ ਜਾਨ ਲਈ ਹੋਈ, ਬਿੰਦ ਨੂੰ ਫੇਰ ਬੂੰਦਰੀਆਂ ਖਿੰਡਾਈ ਫਿਰੇਗਾ। ਬੂੰਦਰੀਆਂ ਵਾਲਾ ਨੂੰ ਕਿਹਾ ਗਿਆ ਹੈ। ਕੁੜੇ ਬਚਨੀ, ਆਪਾਂ ਨੂੰ ਕੀ ਪਤਾ ਹੈ ਅਗਲੀ ਨੇ ਕਾਤੋਂ ਅੱਕ ਚੱਬਿਆ, ਉਹ ਕਿਹਦਾ ਦਿਲ ਕਰਦੇ ਆਪਣਾ ਟਿਕਾਣਾ ਛੱਡਣ ਨੂੰ। ਸੰਤੀ ਮੱਕੀ ਦੀ ਰੋਟੀ ਦੇ ਖੰਨੇ ਨੂੰ ਹਥੇਲੀ ਉੱਤੇ ਮਲ ਕੇ ਚਿੜੀਆਂ ਲਈ ਭੋਰਾ ਚੂਰਾ ਕਰਦੀ ਕਹਿਣ ਲੱਗੀ, ਜਾਣਦੇ ਬੇਬੇ, ਅੱਜ ਕੱਲ ਬੁੱਧ ਭ੍ਰਿਸ਼ਟ ਹੁੰਦੀ ਨੂੰ ਨੀ ਚਿਰ ਲੱਗਦਾ। ਹੁਣ ਉੱਤਮ ਬੋਣੇ ਦੀ ਧੀ ਦੀ ਗੱਲ ਲੈ ਛੱਡੇ ਨੇ ਮਾਪੇ ਕਿਤੇ ਖੜਨ ਜੋਗੇ। ਦਿਆਲੋ ਨੇ ਠੰਡ ਦੀ ਮਾਰੀ ਪੁੰਜੇ ਡਿੱਗੀ ਇੱਕ ਭਰਿੰਡ ਨੂੰ ਜੁੱਤੀ ਨਾਲ ਮਸਲਦਿਆਂ ਕਿਹਾ। ਭਾਨੋ ਨੂੰ ਕੜਛਾ ਚੁੱਕੀ ਆਉਂਦੀ ਦੇਖ ਸਭ ਮੁੱਤਰ ਉਸ ਕੰਨੀ ਝਾਕਣ ਲੱਗੀਆਂ। ਬੇਬੇ ਅੱਗ ਹੈ? ਭਾਨੋ ਨੇ ਸੰਤੀ ਦੇ ਓਟੇ ਕੋਲ ਚੁੱਲ੍ਹੇ ਵੱਲ ਝਾਕਦਿਆਂ ਪੁੱਛਿਆ। ਆਹੋ ਬਥੇਰੀ, ਆਖ ਸੰਤੀ ਨੇ ਉਸ ਦੇ ਸਧਾਰਨ ਜਿਹੇ ਮੂੰਹ ਵੱਲ ਤੱਕਦਿਆਂ ਕੜਛਾ ਫੜ ਲਿਆ। ਦਿਆਲੋ ਕਨੱਖੀ ਝਾਕਦੀ ਟੋਕਰਾ ਸੁੱਟਣ ਤੁਰ ਪਈ। ਕਨੱਖੀ ਮਤਲਬ ਜਿਹੜਾ ਥੋੜਾ ਟੇਢੀ ਅੱਖ ਦੇ ਨਾਲ। ਬਚਨੀ ਮੁੰਡੇ ਦਾ ਜੂੜਾ ਕਰਕੇ ਕੰਘੀ ਉੱਤੋਂ ਕੋਈ ਜੂੰ ਲੀਖ ਲੱਭਣ ਲੱਗੀ। ਭਾਨੋ ਅੱਗ ਲੈ ਕੇ ਮੁੜ ਗਈ। ਕਿਉਂ ਬੇਬੇ ਸੰਤੀ, ਨਰੈਣ ਦੀ ਬਹੂ ਨੇ ਲੀੜੇ ਤਾਂ ਪੁਰਾਣੇ ਹੀ ਪਾਏ ਹੋਏ ਨੇ। ਬਚਨੀ ਨੇ ਕੰਘੀ ਵਿੱਚ ਫੂਕ ਮਾਰਦਿਆਂ ਕਿਹਾ, ਕੁੜੇ ਬਚਨੀ, ਰੱਬ ਨੂੰ ਜਾਨ ਦੇਣੀ ਹੈ, ਉਹ ਵੇਖਣ ਨੂੰ ਤਾਂ ਗਊ ਵਰਗੀ ਲੱਗਦੀ ਹੈ। ਬੇਬੇ ਤੂੰ ਨਹੀਂ ਜਾਣਦੀ ਇਹੋ ਜੀਆਂ ਨੂੰ, ਬਥੇਰੇ ਚੋਚਲੇ ਕਰਨੇ ਆਉਂਦੇ ਹੁੰਦੇ ਨੇ। ਗਊ ਵਰਗੀ ਹੁੰਦੀ ਤਾਂ ਅਮਲੀ ਨਾਲ ਹੀ ਤੁਰ ਆਉਂਦੀ। ਕੋੜੇ ਹੋਏ ਤੋਂ ਕੱਚਾ ਬੇਰ ਲੈ ਕੇ ਖਾਣ ਨੂੰ ਚਿੱਤ ਨਹੀਂ ਕਰਦਾ। ਨਿਰਾ ਘੋਰੀ ਹੈ। ਊਂ ਤਾਂ ਬਚਨੀ ਰੱਬ ਹੀ ਜਾਣਦਾ, ਪਰ ਇਸ ਉਮਰ ਵਿੱਚ ਤੀਵੀਆਂ ਊਂ ਨਹੀਂ ਤੁਰ ਪੈਂਦੀਆਂ ਹੁੰਦੀਆਂ। ਔਸਰ ਮੱਤ ਦੀ ਗੱਲ ਹੋਰ ਹੁੰਦੀ ਹੈ। ਨਿਆਣੀ ਸਿਆਣੀ ਉਮਰ 'ਚ ਤਾਂ ਪੈਰ ਤਿਲਕ ਜਾਂਦਾ, ਪਰ ਇਹ ਤਾਂ ਖਾਸੀ ਪੱਕੀ ਉਮਰ ਦੀ ਲੱਗਦੀ ਹੈ। ਮੇਰੇ ਖਿਆਲ 'ਚ ਹੋਊ ਇਹੀ 28-30 ਦੇ ਗੇੜ 'ਚ। ਚਲੋ ਬੇਬੇ ਕੁਛ ਵੀ ਹੈ, ਨਰੈਣ ਅਮਲੀ ਦੇ ਤਾਂ ਭਾਗ ਖੁੱਲ ਗਏ। 2 ਵੇਲੇ ਹੱਥ ਫੂਕਦਾ ਸੀ, ਹੁਣ ਪੱਕੀਆਂ ਪਕਾਈਆਂ ਤਾਂ ਮਿਲਿਆ ਕਰਨਗੀਆਂ। ਕਹਿੰਦੇ ਨੇ ਜਵਾਨੀ ਪਹਿਰੇ ਅੱਗੇ ਵੀ ਇਸੇ ਨੇ 500 ਦੇ ਕੇ ਵਿਆਹ ਕਰਵਾਇਆ ਸੀ। ਆਹੋ, ਪਰ ਉਹ ਤਾਂ ਚੰਦਰੇ ਨਾਲ ਠੱਗੀ ਹੋ ਗਈ ਸੀ। ਉਹ ਤੀਵੀਂ ਤਾਂ 2 ਮਹੀਨੇ ਵੀ ਨਹੀਂ ਸੀ ਟਿਕੀ। ਉਹ ਤਾਂ ਕਹਿੰਦੇ ਨੇ ਬਸ ਚਲਾਊ ਸੀ। ਪੈਸੇ ਦੇ ਕੇ ਮਾਪੇ ਕਿਸੇ ਨਾਲ ਤੋਰ ਦਿੰਦੇ ਸੀ ਤੇ 1-2 ਮਹੀਨੇ ਮਗਰੋਂ ਭੱਜ ਜਾਂਦੀ, ਫੇਰ ਪੈਸੇ ਲੈ ਕੇ ਕਿਤੇ ਹੋਰ ਤੋਰ ਦਿੰਦੇ। ਉਹਨਾਂ ਦਾ ਤਾਂ ਧੰਦਾ ਹੀ ਇਹ ਸੀ। ਕਈ ਨਪੁੱਤੇ ਦੇ ਮਾਪੇ ਹੀ ਵੈਰੀ ਹੁੰਦੇ ਨੇ। ਤੈਨੂੰ ਬੇਬੇ ਸੰਤੀ ਦੀ ਕੀ ਦੱਸਾਂ ਮੈਂ। ਕੇਰਾਂ ਕਪਾਹ ਚੁਗਦੀ ਸੀ ਆਪਣੇ ਪੇਕੀ। ਨਵੇਂ ਪਿੰਡ ਦਾ ਨਾਈ ਕਿਤੋਂ ਉੱਪਰੋਂ ਲੰਘਿਆ, ਉਹ ਚੱਲਦਾ ਦੇਖ ਪਾਣੀ ਪੀਣ ਆ ਗਿਆ। ਕਿਸੇ ਦਾ ਨਾਤਾ ਕਰਵਾਉਂਦਾ ਫਿਰਦਾ ਸੀ।
ਮੇਰੇ ਕੰਨੀ ਦੇਖ ਕੇ ਨਾਲ ਦੇ ਨੂੰ ਕਹਿਣ ਲੱਗਿਆ, ਬਖਤੌਰਿਆ, ਇਹੋ ਜੀ ਕੁੜੀ ਦਾ ਤਾਂ ਅਗਲੇ 2000 ਵੀ ਦੇਣਾ ਮੰਨ ਜਾਂਦੇ ਨੇ, ਪਰ ਉਸ ਦਾ 500 ਤੋਂ 1 ਪੈਸਾ ਵੀ ਵੱਧ ਅਗਲਿਆਂ ਨਹੀਂ ਦੇਣਾ। ਮੇਰੀ ਬੇਬੇ ਕਿਤੇ ਸੁਣਦੀ ਸੀ, ਉੱਤੋਂ ਹੀ ਬਘਿਆੜੀ ਵਾਂਗੂ ਪਈ। ਆਖੇ, ਰਾਜਾ ਜੀ, ਸਾਡੀ ਕੁੜੀ ਕੰਨੀ ਨਾ ਉਂਗਲੀ ਕਰੋ। ਅਸੀਂ ਤਾਂ ਤੁਹਾਨੂੰ ਪਤਾ ਹੀ ਹੈ, ਔਖੇ ਦਿਨਾਂ ਵਿੱਚ ਵੀ ਕੁੜੀਆਂ ਪੁੰਨ ਦੀਆਂ ਵਿਆਹੀਆਂ ਨੇ। ਹੁਣ ਤਾਂ ਰੱਬ ਨੇ ਘਾਟਾ ਹੀ ਕਿਸੇ ਦਾ ਨਹੀਂ ਰੱਖਿਆ ਹੋਇਆ। ਨਹੀਂ ਜਜਮਾਨਣੀ, ਤੁਹਾਡਾ ਕੀ ਲੇਖੇ, ਮੈਂ ਤਾਂ ਸਰਸਰੀ ਗੱਲ ਕੀਤੀ ਸੀ, ਉਹ ਬੋਲਿਆ। ਕੁੜੇ ਬਚਨੀ, ਇੱਥੋਂ ਹੀ ਤਾਂ ਘਰਾਣੇ ਬੇਘਰਾਣੇ ਪਰਖੇ ਜਾਂਦੇ ਨੇ। ਸੰਤੀ ਦੇ ਬਖੇਰੇ ਭੋਰੇ ਚੂਰੇ ਨੂੰ ਚੁਗਣ ਕਿੰਨੀਆਂ ਹੀ ਚਿੜੀਆਂ ਆ ਉਤਰੀਆਂ ਸਨ। ਬਚਨੀ ਘਰਾਣੇ ਘਰ ਦੀ ਮੜਕ ਵਾਲੀ ਜਨਾਨੀ ਵਾਂਗ ਜਦੋਂ ਸਿਰ ਉੱਪਰਲਾ ਝੋਨਾ ਠੀਕ ਕਰਦੀ ਲੰਘੀ ਤਾਂ ਚਿੜੀਆਂ ਤ੍ਰਹਿ ਕੇ ਉੱਡ ਕੇ ਕੰਧਾਂ ਕੌਲਿਆਂ ਉੱਤੇ ਜਾ ਬੈਠੀਆਂ। ਕੰਧਾਂ ਕੌਲਿਆਂ ਵਿੱਚ ਜਿਹੜੇ ਕੱਚੀਆਂ ਕੰਧਾਂ ਹੁੰਦੀਆਂ ਸੀ ਉਹਨਾਂ ਨੂੰ ਕਿਹਾ ਜਾਂਦਾ ਹੈ। ਉਸ ਦੇ ਲੰਘ ਜਾਣ ਮਗਰੋਂ ਉਹ ਮੁੜ ਭੌਰਾ ਚੂਰਾ ਚੁਗਣ ਆ ਉਤਰੀਆਂ। ਕੰਮ ਧੰਦੇ ਤੋਂ ਵਿਹਲੀ ਹੋ ਸੰਤੀ ਨੇ ਕੱਚੀ ਕੰਧ ਦੇ ਉੱਤੋਂ ਦੀ ਝਾਕ ਕੇ ਭਾਨੋ ਦੇ ਘਰ ਵੱਲ ਨਜ਼ਰ ਮਾਰੀ। ਫਿਰ ਖਬਰ ਨਹੀਂ ਕੀ ਚਿੱਤ ਵਿੱਚ ਆਈ, ਉਹ ਚੱਕੋ ਤੱਕੀ ਕਰਦੀ ਉਸ ਦੇ ਘਰ ਚਲੀ ਗਈ। ਭਾਨੋ ਭਾਂਡੇ ਮਾਂਜ ਰਹੀ ਸੀ। ਕੁੜੇ ਬਹੂ, ਘਰ ਤਾਂ ਤੀਵੀਆਂ ਨਾਲ ਹੀ ਹੁੰਦੇ ਨੇ। ਨਰੈਣ ਵਿਚਾਰੇ ਦੇ ਕੌਣ ਸੀ ਘਰ ਦੀ ਖਬਰਸਾਰ ਰੱਖਣ ਵਾਲਾ? ਚੰਦਰੇ ਦੀ ਮਾਂ ਤਾਂ ਨਿੱਕੇ ਜੇ ਹੁੰਦੇ ਦੀ ਹੀ ਮਰ ਗਈ ਸੀ। ਇੱਕ ਭੈਣ ਹੈ ਕਰਤਾਰੀ, ਉਹ ਕਿਧਰੇ ਕਹਿੰਦੇ ਨੇ ਯੂਪੀ ਜਾਪੀ ਕਰਨੀ ਰਹਿੰਦੀ ਹੈ। ਜਿੱਧਰਲੇ ਭਈਏ ਹੁੰਦੇ ਨੇ। ਜਿੱਦਣ ਦਾ ਇਸ ਦਾ ਪਿਓ ਮਰਿਆ, ਰੋਕਣ ਟੋਕਣ ਵਾਲਾ ਕੋਈ ਰਿਹਾ ਨਾ। ਬਸ ਮਾੜੀ ਸੰਗਤ ਚ ਪੈ ਕੇ ਵੈਲਾਂ ਚ ਹੀ ਪੈ ਗਿਆ। ਵੈਲ ਬੁਰੇ ਕੰਮ, ਭੌਂ ਧਰ ਧਰ ਫੂਕੀ ਗਿਆ। ਇਹ ਤਾਂ ਭਾ ਚੰਗੇ ਹੋ ਗਏ ਜਿਨਸਾਂ ਦੇ, ਤਾਂ ਕਿਤੇ ਜਾ ਕੇ ਸਾਰੇ ਪੈਸੇ ਥੋੜੇ ਜੇ ਵਿਗਿਆ ਉੱਤੇ ਕਰਕੇ 4 ਕਿਆਰੇ ਛੁਡਾ ਲੈ, ਨਹੀਂ ਤਾਂ ਬੁਰੇ ਹਾਲ ਹੋ ਚੱਲੇ ਸੀ। ਅੱਜ ਕੱਲ ਤੂੰ ਸਿਆਣੀ ਐ, ਸਾਕ ਵੀ ਤਾਂ ਅਗਲਾ 4 ਡਲਿਆਂ ਵੀ ਕਰਦਾ, ਨਾਲ ਅਮਲੀਆਂ ਠਮਲੀਆਂ ਦੇ ਤਾਂ ਉਹੀ ਨਹੀਂ ਕੋਈ ਨੇੜੇ ਖੜਦਾ। ਬਹਿ ਜਾ ਬੇਬੇ, ਭਾਨੂ ਨੇ ਪੀੜੀ ਦਿੰਦੀ ਨੇ ਕਿਹਾ। ਚਲਦੀ ਆ, ਕੰਮ ਪਿਆ ਸਾਰਾ ਹੀ, ਅਜੇ ਬਾਹਰ ਰੋਟੀ ਦੇਣ ਜਾਣਾ। ਮੈਂ ਕਿਹਾ ਦੇਖ ਆਵਾਂ ਨਰੈਣ ਦੀ ਬਹੂ ਕੀ ਕਰਦੀ ਐ। ਸੁੱਖ ਨਾਲ ਪੇਕੇ ਕਿਹੜੇ ਥਾਂ ਨੇ ਤੇਰੇ? ਪੇਕੇ ਭੜੀ ਦੇ ਕੋਟਲੇ ਨੇ, ਭਾਨੂ ਨੇ ਸੁਆਹ ਵਾਲੇ ਹੱਥ ਧੋਂਦਿਆਂ ਕਿਹਾ। ਫੇਰ ਤਾਂ ਚੰਗੇ ਤਗੜੇ ਨਗਰ ਦੀ ਏ ਕੁੜੇ, ਮੈਂ ਤਾਂ ਸਵੇਰੇ ਅੱਗ ਲੈਣ ਆਈ ਦੀ ਤੋਰ ਤੋਂ ਹੀ ਪਛਾਣ ਲਿਆ ਸੀ ਬਈ ਮਾੜੇ ਧੀੜੇ ਪਿੰਡ ਦੀ ਨਹੀਂ ਲੱਗਦੀ। ਨਗਰ ਵਿੱਚ ਆਪਣਾ ਕੀ ਹੈ ਬੇਬੇ, ਇੱਕ ਭਰਾ ਸੀ, ਲੈ ਦੇ ਕੇ ਉਹੀ ਰੱਬ ਨੂੰ ਪਿਆਰਾ ਹੋ ਗਿਆ। ਭਾਨੂ ਨੇ ਅੱਖਾਂ ਭਰ ਕੇ ਕਿਹਾ। ਅੱਛਾ, ਇਹ ਤਾਂ ਬੜਾ ਲੋੜਾ ਹੋਇਆ। ਫੇਰ ਕੀ ਗਿਆ ਸੀ ਉਸਨੂੰ? ਹੋਣਾ ਕੀ ਸੀ, ਮਾੜੀ ਕਿਸਮਤ। ਜਰਗ ਦੇ ਮੇਲੇ ਆਲੇ ਦਿਨ ਮੁੰਡਿਆਂ ਖੁੰਡਿਆਂ ਨਾਲ ਰਲ ਕੇ ਸ਼ਰਾਬ ਪੀ ਲਈ। ਕਿਤੇ ਹੈ ਸੀ ਤੱਤੀ, ਘਰ ਦੀ ਕੱਢੀ ਹੋਈ, ਬਸ ਅੰਦਰ ਹੀ ਫੂਕਤਾ ਉਸਨੇ। ਜਿਉਂ ਲੱਗਿਆ ਬਰੀਕੀ ਤਾਪ ਚੜਨ। 3 ਸਾਲ ਮੁੰਡਾ ਅੱਡੀਆਂ ਰਗੜਦਾ ਰਿਹਾ। ਤੁਸੀਂ ਲੁਧਿਆਣੇ ਨਹੀਂ ਸੀ ਦਿਖਾਇਆ? ਆਖਦੇ ਨੇ ਉੱਥੇ ਇੱਕ ਵਲੈਤੀ ਡਾਕਦਾਰ ਹੈ, ਫੀਸ ਤਾਂ ਖਾਸੇ ਰੁਪਈਏ ਲੈਂਦੇ, ਪਰ ਬੰਦੇ ਨੂੰ 9/9 ਕਰ ਦਿੰਦਾ। ਦਿਖਾਇਆ ਸੀ ਬੇਬੇ, ਪਰ ਟੁੱਟੀ ਨੂੰ ਕੌਣ ਗੰਢੇ, ਖੇਤੀ ਛੱਡਣੀ ਪੈ ਗਈ। ਬਟਾਈ ਵਾਲੇ, ਤੂੰ ਸਿਆਣੀ ਐ, ਕੀ ਦਿੰਦੇ ਨੇ? ਸਾਰਾ ਕੁਛ ਕੁਲੰਜ ਕੇ ਬਿਮਾਰੀ ਤੇ ਲਾਤਾ। ਉਹੋ ਜੇ ਦਿਨ ਤਾਂ ਰੱਬ ਕਿਸੇ ਵੈਰੀ ਉੱਤੇ ਵੀ ਨਾ ਲਿਆਵੇ। ਆਹੋ, ਸਭ ਚਲਦੇ ਦੇ ਲਾਗੂ ਨੇ, ਔਖੇ ਵੇਲੇ ਕੌਣ ਕਿਸੇ ਨੂੰ ਪੁੱਛਦਾ। ਕਹਿੰਦੇ ਨੇ ਬੇਬੇ, ਮੁਕੱਦਮਾ ਤੇ ਜ਼ਹਿਮਤ ਬਿਮਾਰੀ ਨੂੰ ਕਹਿੰਦੇ ਨੇ, ਨਾ ਪਵੇ ਨਾ ਕਿਸੇ ਤੇ। ਇਸ ਮੁੰਡੇ ਦੀ ਬਿਮਾਰੀ ਨੇ ਸਾਨੂੰ ਕੌਡੀਆਂ ਹੌਲੇ ਕਰਤਾ। ਪਹਿਲਾਂ ਮੱਝ ਵੇਚੀ, ਫੇਰ ਬਲਦ। ਜਿੱਦਣ ਨਿਆਈ ਵਾਲੇ ਖੇਤ ਦਾ ਗੂਠਾ ਲਾ ਕੇ ਆਇਆ, ਬਾਪੂ ਮਸੋਸਿਆ ਜਾ ਬਿਨਾਂ ਕੁਝ ਖਾਧੇ ਪੀਤੇ ਹੀ ਅੰਦਰ ਪੈ ਗਿਆ ਜਾ ਕੇ। ਕੁਝ ਭਾਨੋ, ਆਹੋ ਜ਼ਮੀਨ ਤਾਂ ਜੱਟ ਦੀ ਜਾਨ ਹੁੰਦੀ ਹੈ। ਫੇਰ ਬੇਬੇ ਕਿਸੇ ਨੇ ਕਿਹਾ ਮੁੰਡੇ ਨੂੰ ਦਿੱਲੀ ਲੈ ਕੇ ਜਾਓ, ਪੈਸਾ ਘਰ ਇੱਕ ਨਾ। ਮੂੰਹ ਲੱਗਦੇ ਥਾਵਾਂ ਤੋਂ ਅੱਗੇ ਹੀ ਲੈ ਬੈਠੇ ਸੀ। ਹਾਰ ਕੇ ਬਾਪੂ ਨੇ ਮੇਰਾ ਵਿਆਹ ਧਰਤਾ ਬਈ ਮੁੰਡਾ ਕਿਵੇਂ ਬਚ ਰਹੇ, ਪਰ ਬਚਣਾ ਉਸ ਕੀ ਸੀ, ਉਹ ਤਾਂ ਹੁਣ ਰਲੇ ਸਾਹ ਲੈ ਰਿਹਾ ਸੀ। ਭਾਨੋ ਨੇ ਪੌਣੇ ਉੱਤੇ ਦਾਤੀ ਧਰ ਕੇ ਸਾਗ ਚੀਰਦਿਆਂ ਦੱਸਿਆ। ਕਿੰਨੇ ਕੁ ਦਿੱਤੇ ਪੈਸੇ ਫੇਰ ਨਰੈਣ ਨੇ? ਸੰਤੀ ਨੇ ਗੰਦਲਾਂ ਚੁੱਕ ਕੇ ਚੀਰਨੀ ਬਣਾ ਕੇ ਭਾਨੋ ਨੂੰ ਫੜਾਉਂਦਿਆਂ ਪੁੱਛਿਆ। ਕਾਨੂੰ? ਇਹ ਤਾਂ ਮੈਂ ਮੋਰਾਂ ਵਾਲੀ ਆਲਿਆਂ ਦੀ ਗੱਲ ਕਰਦੀ ਆ। ਮੋਰਾਂ ਵਾਲੀ ਵਿਆਹੀ ਸੀ ਮੈਂ। ਅੱਛਾ, ਸਰਵਣ ਸੀ ਉਸ ਦਾ ਨਾਮ। ਤੈਨੂੰ ਕੀ ਦੱਸਾਂ ਬੇਬੇ, ਨਹੀਂ ਜੰਮਣਾ ਉਸ ਵਰਗਾ ਦੂਜਾ ਕੋਈ। ਭਾਨੂ ਨੇ ਲੰਮਾ ਸਾਰਾ ਸਾਹ ਭਰ ਕੇ ਕਿਹਾ।
ਕੁੜੇ ਫਿਰ ਕੀ ਭਾਣਾ ਵਰਤਿਆ? ਮੈਂ ਤਾਂ ਪਹਿਲਾਂ ਹੀ ਕਹਿੰਦੀ ਸੀ ਇਹ ਕੋਈ ਐਰ ਗੈ ਜਨਾਨੀ ਨਹੀਂ ਲੱਗਦੀ। ਉਹੋ ਜੀਆਂ ਦੀ ਤਾਂ ਅੱਖ ਹੀ ਨਹੀਂ ਰਲਦੀ ਹੁੰਦੀ। 5 ਭਰਾ ਸੀ ਬੇਬੇ ਉਹ, ਤੇ ਵਿਆਹਿਆ ਹੋਇਆ ਉਹ ਕੱਲਾ ਹੀ ਸੀ। ਬੁਰਸ਼ਿਆਂ ਵਰਗੇ ਸਾਰੇ ਹੀ ਵੇਲਾ ਕਵੇਲਾ ਤਕਾਉਂਦੇ ਰਿਹਾ ਕਰਨ। ਹੈ ਲੋੜਾ ਸੱਚ ਹੈ ਭਾਈ, ਕਹਿੰਦੇ ਨੇ ਜਨਾਨੀ ਦੀ ਤਾਂ ਜੂਨ ਹੀ ਬੁਰੀ ਹੈ। ਖਬਰ ਨਹੀਂ ਕੀ ਸਾਧ ਸਰਾਪ ਲੈ ਕੇ ਜੰਮਦੀ ਹੈ ਬਈ ਜਿਹੜੀ ਥਾਂ ਨਹੀਂ ਪੁੱਛੀ ਉਹ ਭਲੀ ਹੈ। ਸੰਤੀ ਨੇ ਇੱਕ ਸੱਜਰ ਸੂਈ ਕੁੱਤੀ, ਜਿਸ ਨੂੰ ਕਿੰਨੇ ਕਤੂਰੇ ਚੁੰਡੀ ਜਾ ਰਹੇ ਸਨ, ਨੂੰ ਸ਼ਿਸ਼ਕੇਰਦਿਆਂ ਕਿਹਾ। ਮੈਂ ਸਰਵਣ ਨੂੰ ਦੱਸਿਆ। ਸਤਿਆਮਾਨ ਉਦੋਂ ਹੀ ਮੈਨੂੰ ਲੈ ਕੇ ਅੱਡ ਹੋ ਗਿਆ। ਵਰਾ ਪੂਰਾ ਅਸੀਂ ਆਪ ਦੇ ਘਰ ਰੰਗੀ ਵਸਦੇ ਰਹੇ। ਉਹ ਬਥੇਰੀਆਂ ਦੰਦੀਆਂ ਕਰੀਚਣ, ਪਰ ਮੇਰੀ ਜਾਣੇ ਜੁੱਤੀ। ਭਾਨੂ ਨੇ ਸਾਗ ਵਿੱਚੋਂ ਇੱਕ ਸੁੰਡੀ ਕੱਢ ਕੇ ਪਰਾਂ ਸੁੱਟਦਿਆਂ ਦੱਸਿਆ। ਫਿਰ ਇੱਕ ਦਿਨ ਪਾਣੀ ਦੀ ਵਾਰੀ ਪਿੱਛੇ ਬਾਹਰ ਖੈਬੜ ਪਏ। ਨਰਕੀ ਜਾਣਿਆਂ ਦੇ ਖਬਰ ਨਹੀਂ ਕੀ ਚਿੱਤ ਵਿੱਚ ਬੁਰਿਆਈ ਸੀ। ਕਿਤੇ ਕਸੂਤੇ ਬਹੁਤ ਸੱਟ ਮਾਰਤੀ, ਰੱਬ ਜਾਣੇ ਖਬਰ ਨਹੀਂ ਉਹੀ ਲੱਗ ਗਈ। ਫੇਰ ਤਾਂ ਵਾਹ ਜਹਾਨ ਦੀ ਲਾ ਹਟੇ। ਉਹ ਆਪ ਵੀ ਬਥੇਰੇ ਹਕੀਮਾਂ ਸਿਆਣਿਆਂ ਦੇ ਭੱਜੇ ਫਿਰੇ, ਕਿਤੇ ਹੱਥ ਨਾ ਪਿਆ। ਅਖੀਰ ਨੂੰ 10ਵੇਂ ਦਿਨ ਆਥਣੇ ਜੇ ਗੋਤਾ ਪੈ ਗਿਆ। ਬਸ ਉਸੇ ਰਾਤ ਤੁਰਦਾ ਬਣਿਆ। ਕਹਿੰਦਿਆਂ ਤ੍ਰਿਪ ਤਿਪ ਭਾਨੂ ਦੇ ਹੰਝੂ ਘਿਰ ਪਏ। ਰੋ ਨਾ, ਡਾਢੇ ਮੂਹਰੇ ਕਿਹਦਾ ਜ਼ੋਰ ਹੈ? ਤੈਨੂੰ ਕੀ ਦੱਸਾਂ, ਕੜੀ ਵਰਗਾ ਜਵਾਨ ਉਹ ਤੇ ਮੈਂ ਵੀ ਢਿੱਡ ਵਿੱਚ ਪਾਈ ਬੈਠੀ ਆ। 19ਵੇਂ ਵਰੇ ਚ ਸੀ ਬੱਗਾ। ਹੱਥ ਰੁਪਈਆ ਧਰਿਆ ਹੋਇਆ। ਬਸ 4 ਦਿਨ ਤਾਪ ਚੜਿਆ ਤੇ ਤੁਰਦਾ ਬਣਿਆ। ਬਥੇਰਾ ਹੋ ਕਲਾਪ ਕੀਤਾ। ਬੂਹਿਓਂ ਆ ਕੇ ਡੋਲੇ ਦਾ ਮੁੜ ਜਾਣਾ ਥੋੜੀ ਘਣੀ ਗੱਲ ਨਹੀਂ ਹੁੰਦੀ, ਪਰ ਫੇਰ ਉਵੇਂ ਹੀ ਧੰਦੇ ਪਿੱਟਦੇ ਫਿਰੀਦੇ। ਨਹੀਂ ਕੁਛ ਨਹੀਂ ਛੁੱਟਦਾ, ਉਹੀ ਉਹ ਛੱਡ ਜਾਂਦੇ ਨੇ ਜਿਹੜੇ ਮਰ ਜਾਂਦੇ ਨੇ। ਸੰਤੀ ਨੇ ਸਿਰ ਤੇ ਝੋਨੇ ਨਾਲ ਅੱਖਾਂ ਪੂੰਝਦਿਆਂ ਕਿਹਾ। ਝੋਨੇ ਬੇਟਾ ਸਿਰ ਦੇ ਉੱਪਰ ਲਈ ਹੋਈ ਜਿਹੜੀ ਚੁੰਨੀ ਹੈ ਉਹਨੂੰ ਕਿਹਾ ਗਿਆ ਹੈ। ਹਮਾ ਤਮਾ ਨੇ ਬਥੇਰਾ ਕਿਹਾ, ਬੇਬੇ ਬਈ ਉਸੇ ਦੇ ਭਰਾ ਨੇ, ਕਿਸੇ ਇੱਕ ਨੂੰ ਸਿਰ ਧਰ ਲੈ। ਮੈਂ ਸੋਚਿਆ ਮਨਾ ਇੱਥੇ ਰਹਿ ਕੇ ਤਾਂ ਅੱਖਾਂ ਮੂਰੇ ਨਿੱਤ ਸਿਵਾ ਮਚਿਆ ਕਰੂ। ਤੈਨੂੰ ਕੀ ਦੱਸਾਂ ਬੇਬੇ, ਸਰਵਣ ਤਾਂ ਭੁੱਲਣ ਵਾਲਾ ਬੰਦਾ ਹੀ ਨਹੀਂ ਸੀ। ਉਸ ਨੂੰ ਤਾਂ ਜਾਣੀ ਪਖੇਰੂ ਵੀ ਰੋਂਦੇ ਨੇ। ਪੰਖੇਰੂ ਪੰਛੀਆਂ ਦੀ ਗੱਲ ਹੈ, ਪੰਛੀਆਂ ਨੂੰ ਪਖੇਰੂ ਕਿਹਾ ਜਾਂਦਾ ਹੈ। ਕਈ ਵਾਰੀ ਜੀ ਚ ਆਵੇ, ਮਾੜੇ ਕਰਮਾਂ ਵਾਲੀਏ, ਖਬਰ ਨਹੀਂ ਤੇਰੇ ਖਾਤਰ ਹੀ ਜਾਨ ਚਲੀ ਗਈ। ਨਾ ਤੂੰ ਹੁੰਦੀ, ਨਾ ਭਾਈਆਂ ਦੇ ਬਟਿੱਟ ਪੈਂਦੇ, ਨਾ ਉਸ ਦੀ ਜਾਨ ਤੇ ਬਣਦੀਆਂ। ਭਾਨੂ ਨੇ ਸਾਗ ਚੀਰਦਿਆਂ ਵੱਢੀ ਗਈ ਉਂਗਲ ਨੂੰ ਦੂਜੇ ਹੱਥ ਨਾਲ ਘੁੱਟਦਿਆਂ ਕਿਹਾ, ਲੱਗੀ ਦਾਤੀ, ਤਿੱਖੀ ਹੋਣੀ ਹੈ। ਤਿੱਖੀ ਤਾਂ ਏਡੀ ਨਹੀਂ, ਖਬਰ ਨਹੀਂ ਕਿਵੇਂ ਲੱਗ ਗਈ। ਤੂੰ ਜੀ ਬੁਰਾ ਨਾ ਕਰਿਆ ਕਰ ਭਾਨੋ, ਜਿਹੜੀ ਗੱਲ ਨੇ ਜਿਵੇਂ ਹੋਣਾ ਉਵੇਂ ਹੀ ਹੋਣਾ। ਲਿਖਿਆ ਨੂੰ ਕੌਣ ਮਿਟੇ, ਬਸ ਰੱਬ ਨੇ ਆਪਣੇ ਸਿਰ ਨਹੀਂ ਕੁਝ ਵੀ ਲੈਣਾ ਹੁੰਦਾ। ਅਸੀਂ ਬੰਦੇ ਭੁਲੇਖਿਆਂ ਵਿੱਚ ਤੁਰੇ ਫਿਰਦੇ ਆ। ਪਰ ਬੇਬੇ, ਮੈਂ ਕਿਹਾ ਮਨਾ, ਆਪਣਾ ਹੁਣ ਇਸ ਨਗਰ ਵਿੱਚ ਕੀ ਹੈ ਜਦ ਉਹੀ ਨਹੀਂ ਰਿਹਾ। ਭਰਾ ਉਸਦੇ ਕਹਿਣ ਤੀਹੋ ਕਾਲ ਘਰ ਦੀ ਗੱਲ ਅਸੀਂ ਬਾਹਰ ਨਹੀਂ ਜਾਣ ਦੇਣੀ। ਮੇਰਾ ਖਿਆਲ ਹੈ ਖਬਰ ਨਹੀਂ ਨਰੈਣ ਆਉਂਦਾ। ਚੰਗਾ ਫਿਰ ਮੈਂ ਚੱਲਨੀ ਆ। ਹਾਂ, ਵੇਲੇ ਕਵੇਲੇ ਕਿਸੇ ਚੀਜ਼ ਦੀ ਲੋੜ ਹੋਵੇ ਲਵੇ ਹੀ ਆ ਤੇਰੇ, ਭਾਵੇਂ ਕੰਧ ਉੱਤੋਂ ਦੀ ਹਾਕ ਮਾਰ ਲਵੀਂ, ਕਹਿੰਦੀ ਸੰਤੀ ਬੂਹਾ ਲੰਘ ਚੱਲੀ ਸੀ ਜਦੋਂ ਉਸ ਨੂੰ ਨਰੈਣ ਮਿਲਿਆ। ਮੱਥਾ ਟੇਕਦਾ ਸੰਤੀ ਮੁੜ ਚੱਲੀ। ਵੇ ਜਿਉਂਦਾ ਰਹੋ, ਰੱਬ ਤੈਨੂੰ ਭਾਗ ਲਾਵੇ। ਮੈਂ ਕਿਹਾ ਵੇਖ ਆਵਾਂ ਨਰੈਣ ਦੀ ਬਹੂ ਆ ਗਈ ਫਿਰ ਪਸੰਦ। ਚੰਗੀ ਹੈ ਵਿਚਾਰੀ। ਚੰਗੀ ਮਾੜੀ ਹੁਣ ਤਾਂ ਗੰਗਾ ਮਾਈ ਨੇ ਦਿੱਤੀ ਹੈ। ਸਹੁੰ ਖਾ ਗਾਂ ਦੀ, ਕੋਈ ਪੈਸਾ ਨਹੀਂ ਦਿੱਤਾ। ਗਾਂ ਦੀ ਸਹੁੰ ਸੰਤੀ, ਸੱਚੀਓ ਗੰਗਾ ਮਾਈ ਨੇ ਦਿੱਤੀ ਹੈ। ਵੇ ਫੇਰ ਤਾਂ ਚੰਗਾ ਰਿਹਾ, ਪਰ ਹੁਣ ਖਿਆਲ ਰੱਖੀ ਪਹਿਲੀ ਆਂਗੂ ਨਾ ਹੋਵੇ। ਮਸਾਂ ਕਿਤੇ ਘਰ ਵਸਦਾ ਹੋਇਆ। ਉਹ ਤਾਂ ਸੰਤੀ ਮੈਨੂੰ ਆਪ ਨੂੰ ਹੀ ਬਹੁਤੀ ਪਸੰਦ ਨਹੀਂ ਸੀ, ਤਾਈਓ ਨਹੀਂ ਸੀ ਪੈਰਵੀ ਕੀਤੀ। ਨਹੀਂ ਪਤਾ ਤਾਂ ਲੱਗ ਹੀ ਗਿਆ ਸੀ ਬਈ ਕਿੱਥੇ ਗਈ ਹੈ। ਜਾਣਦੀ ਹੋਏ ਸੰਤੀ, ਰਾਮ ਗੂੰਗਾ ਵੀ ਕਦੇ ਕਿੱਲੇ ਵੱਜੀਆਂ ਨੇ। ਕਹਿਣ ਨੂੰ ਤਾਂ ਕੀ ਕਹਿਣੇ, ਤੇਰੀ ਇਹ ਬਹੂ ਤਾਂ ਚੰਗੀ ਉਹ ਦਿਸਦੀ ਹੈ, ਤਾਈਓ ਤਾਂ ਲੈ ਆਇਆ। ਨਹੀਂ ਆਪਣਾ ਤਾਂ ਵੇਲਾ ਜਾ ਲੰਘ ਗਿਆ ਸੀ। ਰੱਬ ਕਰੇ ਤੇਰੀ ਜੜ ਲੱਗ ਜੇ। ਵੇਲੇ ਕਵੇਲੇ ਦਾ ਕੀ ਹੈ, ਅੱਜ ਖੂਹ ਚੱਲਦਾ। ਨਰੈਣ ਨੇ ਗੱਲ ਬਦਲੀ। ਨਹੀਂ, ਗੁੱਡਣ ਗਏ ਨੇ। ਪਾਰਟ 2। ਨਿੰਮਾ ਹੁੰਦਾ ਦੀਵਾ ਬੁਝ ਗਿਆ। ਨਿੰਮਾ ਮੀਨਜ਼ ਕਿ ਸਲੋ ਹੋ ਗਿਆ, ਹੌਲੀ ਹੋ ਗਿਆ। ਲੰਮੀ ਕਾਲੀ ਠਰੀ ਸਿਆਲ ਦੀ ਰਾਤ, ਤਬੇਲੇ ਵਰਗਾ ਭਾਂ ਕਰਦਾ ਘਰ, ਹਨੇਰੇ ਵਿੱਚ ਭੱਜੇ ਫਿਰਦੇ ਚੂਹਿਆਂ ਕਾਰਨ ਕਦੇ ਕਦੇ ਕੋਈ ਭਾਂਡਾ ਖੜਕ ਜਾਂਦਾ। ਇੱਕ ਪਾਸੇ ਬੰਨੀ ਮੱਝ ਦੀਆਂ ਅੱਖਾਂ ਹੀ ਅੱਖਾਂ ਲਿਸ਼ਕਦੀਆਂ ਦਿਸਦੀਆਂ ਸਨ।
ਭਾਨੋ ਨੂੰ ਘਰ ਦੀ ਛੱਤ ਆਪਣੇ ਉੱਪਰ ਡਿੱਗਦੀ ਪ੍ਰਤੀਤ ਹੋਈ। ਉਸ ਨੇ ਕੋਲ ਦੇ ਮੰਜੇ ਉੱਤੇ ਨਰੈਣ ਦੀ ਬਾਂਹ ਟੋਕ ਕੇ ਕਿਹਾ, ਮਖਾ ਜੀ ਸੌ ਗਿਆ ਤੂੰ? ਨਹੀਂ, ਕੀ ਗੱਲ ਹੈ? ਗੱਲ ਤਾਂ ਕੋਈ ਨਹੀਂ, ਹਨੇਰੇ ਵਿੱਚ ਉਹੀ ਜਾਣੀ ਮੈਨੂੰ ਭੈ ਲੱਗਣ ਲੱਗ ਜਾਂਦਾ ਹੈ। ਭੈ ਨੂੰ ਵਸਦੇ ਘਰਾਂ 'ਚ ਕੀ ਹੁੰਦਾ ਹੈ? ਸੌ ਜਾ। ਪਹਿਲਾਂ ਤਾਂ ਮੈਨੂੰ ਵੀ ਨਹੀਂ ਸੀ ਡਰ ਲੱਗਦਾ ਹੁੰਦਾ, ਪਰ ਜਿੱਦਣ ਦਾ। ਭਾਨੋ ਨੇ ਗੱਲ ਕਹਿੰਦੀ ਰੁਕ ਗਈ। ਭਾਨੋ, ਇੱਕ ਗੱਲ ਪੁੱਛਾਂ? ਨਰੈਣ ਨੇ ਆਪਣਾ ਸਾਰਾ ਮੂੰਹ ਨੰਗਾ ਕਰਕੇ ਕਿਹਾ। ਤੂੰ ਜੀ ਮੈਨੂੰ ਭਾਨੋ ਨਾ ਕਿਹਾ ਕਰ। ਕਿਉਂ? ਉਹੀ ਬਸ ਉਹੀ। ਭਾਨੋ ਨੇ ਰਜਾਈ ਨੂੰ ਆਲੇ ਦੁਆਲੇ ਦੱਬਦਿਆਂ ਕਿਹਾ। ਸਰਵਣ ਤੈਨੂੰ ਭਾਨੋ ਆਖਦਾ ਹੁੰਦਾ ਸੀ? ਹਾਂ, ਮੈਂ ਨਾ ਕਿਹਾ ਕਰਾਂ? ਮਰ ਗਿਆਂ ਦੀਆਂ ਗੱਲਾਂ ਮਰ ਗਿਆਂ ਦੇ ਨਾਲ ਹੀ ਚਲੀਆਂ ਜਾਣੀਆਂ ਚਾਹੀਦੀਆਂ ਨੇ। ਕਈ ਵਾਰੀ ਤਾਂ ਮੈਨੂੰ ਤੂੰ ਵੀ ਭਾਨੋ ਕੋਈ ਭੂਤ ਚੜੇਲ ਹੀ ਲੱਗਦੀ ਐ। ਬਸ ਕੀਤੀ ਭੂਤ ਚੜੇਲ ਆਂਗ ਮੇਰੇ ਸਾਰੇ ਕੰਮ ਦਾ ਕਰ ਦਿੰਦੀ ਐ, ਪਰ ਜਦੋਂ ਬੁੱਕਲ 'ਚ ਲੈਣਾ ਜਾਣੀ ਖਾਲੀ ਜੀ ਰਹਿ ਜਾਂਦੀ ਐ। ਤੂੰ ਜਾਣੋ ਕਿਧਰੋਂ ਹੋਰ ਹੀ ਚਲੀ ਜਾਨੀ ਐ। ਭਾਨੋ ਨੇ ਕੋਈ ਉੱਤਰ ਨਾ ਦਿੱਤਾ। ਭਾਨੋ, ਜਿਹੜੇ ਨਵੇਂ ਲੀੜੇ ਲਿਆਂਦੇ ਨੇ ਉਹ ਪਾ ਲਿਆ ਕਰ। ਸੰਦੂਕ ਵਿੱਚ ਕਾਤੋਂ ਲਈ ਰੱਖ ਛੱਡੇ ਨੇ? ਜਿਹੜੇ ਮੈਂ ਪਾਏ ਹੋਏ ਨੇ ਇਹ ਵੀ ਪਾਟੇ ਤਾਂ ਨਹੀਂ ਹਾਲੇ ਕਿਤੋਂ? ਭਾਨੋ, ਹਾਂ ਜੀ। ਤੂੰ ਖੁਸ਼ ਤਾਂ ਹੈ ਇੱਥੇ? ਜੇ ਦੇਖਿਆ ਜਾਵੇ ਤਾਂ ਮੈਨੂੰ ਇੱਥੇ ਦੁੱਖ ਹੀ ਭਲਾ ਕਾਹਦਾ? ਮੈਂ ਕਈ ਵਾਰੀ ਦੇਖਿਆ ਬੜੀ ਰਾਤ ਥਾਈ ਤੂੰ ਜਾਗਦੀਓਂ ਪਈ ਹੁੰਨੀ ਐ। ਮੈਂ ਕਿਹਾ ਖਬਰੇ ਕੋਈ ਸੋਚ ਹੋਵੇ। ਨੀਂਦ ਮੈਨੂੰ ਉਵੇਂ ਥੋੜੀ ਹੋ ਗਈ। ਪਹਿਲੀ ਉਮਰੇ ਬਥੇਰੀ ਸੀ, ਉਹ ਜਗਾਉਂਦਾ ਹੀ ਹਾਰ ਹੋ ਜਾਂਦਾ। ਕੌਣ? ਸਰਵਣ? ਹਾਂ, ਉਹ ਉਠਾਉਂਦਾ। ਉੱਠਦੀ ਆ ਕਹਿ ਕੇ ਮੈਂ ਫੇਰ ਸੌ ਜਾਂਦੀ। ਹਾਰ ਕੇ ਉਹ ਆਪ ਹੀ ਚਾਹ ਧਰ ਦਿੰਦਾ। ਭਾਨੋ, ਹਾਂ, ਜੇ ਭਲਾ ਹੁਣ ਕਿਧਰੋਂ ਸਰਵਣ ਆ ਜਾਵੇ, ਤੂੰ ਮੈਨੂੰ ਛੱਡ ਕੇ ਚਲੀ ਜਾਵੇਂ? ਲੈ, ਮਰੇ ਹੋਏ ਵੀ ਕਦੇ ਆਏ ਨੇ। ਹੁਣ ਤਾਂ ਅੱਗੇ ਜਾ ਕੇ ਹੀ ਪੁੱਛੂੰਗੀ, ਬਈ ਇਸੇ ਖਾਤਰ ਵਿਆਹ ਕੇ ਲਿਆਇਆ ਸੀ? ਅੱਗੇ ਕੀ ਬੈਠਾ ਉਹ ਤੈਨੂੰ ਉਡੀਕਦਾ ਹੋਊ? ਉਦੋਂ ਨੂੰ ਖਬਰ ਨੇ ਕਿਹੜੀ ਜੂਨ ਤੱਕ ਲੈ ਚੁੱਕਿਆ ਹੋਊ। ਭਾਨੋ ਨੂੰ ਇਹ ਗੱਲ ਸੁਣ ਕੇ ਲੱਗਿਆ ਜਿਵੇਂ ਰਾਤ ਦਾ ਸਾਰਾ ਹਨੇਰਾ ਉਸਦੇ ਉੱਤੇ ਆ ਡਿੱਗਿਆ ਹੋਵੇ। ਕੁਝ ਪਲ ਚੁੱਪ ਰਹਿਣ ਪਿੱਛੋਂ ਉਸਨੇ ਨਰੈਣ ਨੂੰ ਪੁੱਛਿਆ, ਮਖਾਂ ਜੀ ਮੈਂ ਤੇਰੇ ਮੰਜੇ ਤੇ ਆ ਜਾ? ਇੱਕ ਸ਼ਰਤ ਉੱਤੇ, ਬਈ ਉਦੋਂ ਹੀ ਨਹੀਂ ਸੌਂ ਜਾਏਗੀ। ਮੈਨੂੰ ਮੰਜੇ ਦਾ ਤਾਂ ਤੈਨੂੰ ਜਿਵੇਂ ਟੂਣਾ ਹੀ ਹੈ, ਆਈ ਨਹੀਂ ਤੇ ਸੁੱਤੀ ਨਹੀਂ। ਤੇਰੇ ਕੋਲ ਆ ਕੇ ਅਸਲ ਵਿੱਚ ਮੈਨੂੰ ਡਰ ਲੱਗਣੋਂ ਹਟ ਜਾਂਦਾ। ਡਰ ਨੂੰ ਕੀ ਤੂੰ ਨਿਆਣੀ ਐ? ਇਹ ਤਾਂ ਮੈਂ ਵੀ ਸੋਚਦੀ ਆ, ਬਈ ਡਰ ਨੂੰ ਕੀ ਹੁਣ ਮੈਂ ਨਿਆਣੀ ਆ? ਭਾਨੋ, ਤੂੰ ਹੱਥ ਨੇ ਇੰਨਾ ਚਿਰ ਕਿੱਥੇ ਗਈ ਸੀ? ਮੈਨੂੰ ਚਾਹ ਚਾਹੀਦੀ ਸੀ। ਜੋਤਾ ਭਰ ਬੈਠਾ ਉਡੀਕਦਾ ਰਿਹਾ। ਤਾਂ ਬੇਟਾ ਉਹਨੇ ਬਲਦ ਜਿਹੜੇ ਜੋਤੇ ਸੀ ਉਹਨਾਂ ਦੀ ਗੱਲ ਕਰ ਰਿਹਾ ਹੈ। ਬਲਦ ਜੋਤ ਕੇ ਬਾਹਰ ਲਿਜਾਂਦੇ ਸੀਗੇ ਖੇਤਾਂ ਦੇ ਵਿੱਚ। ਮੈਂ ਬਾਹਰ ਕੰਨੀ ਗਈ ਸੀ ਇੰਨਾ ਚਿਰ। ਉੱਥੇ ਸਿਆਮੋ ਮਿਲ ਪਈ ਸੀ ਕੋਨੇਕਿਆਂ ਦੀ। ਉਹ ਵੀ ਮੋਰਾਂ ਵਾਲੀ ਦੀ ਹੈ ਨਾ? ਐਨਾ ਹੇਜ਼ ਹੈ ਮੋਰਾਂ ਵਾਲੀ ਦਾ? ਉੱਥੇ ਹੀ ਜਾ ਰੋ। ਨਰੈਣ ਨੇ ਪਾਸਾ ਲੈ ਕੇ ਮੂੰਹ ਦੂਜੇ ਪਾਸੇ ਕਰਦਿਆਂ ਕਿਹਾ। ਨਰੈਣ, ਜਿਸ ਨੂੰ ਹੁਣੇ ਭਾਨੋ ਪੁੱਛ ਰਹੀ ਸੀ, ਤੇਰੇ ਮੰਜੇ ਉੱਤੇ ਆ ਜਾ, ਇੱਕਦਮ ਕੋਈ ਓਪਰਾ ਬੰਦਾ ਜਾਪਿਆ। ਉਸਨੂੰ ਇਹ ਵੀ ਲੱਗਿਆ ਜਿਵੇਂ ਇਸ ਨਿਰਜਨ ਹਨੇਰੇ ਵਿੱਚ ਉਹ ਕਿਸੇ ਬੇਗਾਨੇ ਆਦਮੀ ਕੋਲ ਪਈ ਹੋਇਆ। ਭਾਨੋ ਨੇ ਉੱਠ ਕੇ ਤੇਲ ਪਾ ਕੇ ਦੀਵਾ ਡੰਗ ਲਿਆ। ਜਿਹਦੇ ਚਾਨਣੇ ਉਸਨੂੰ ਪੀੜੇ ਵਿੱਚ ਪਏ ਭਾਂਡੇ ਦਿਸੇ, ਜਿਹੜੇ ਹੱਥ ਨੇ ਉਸ ਨੇ ਮਾਂਜ ਕੇ ਲਿਸ਼ਕਾ ਕੇ ਟਿਕਾਏ ਸਨ। ਸਾਹਮਣੇ ਸੰਦੂਖਾਂ ਕੋਲ ਚਰਖਾ ਪਿਆ ਸੀ, ਜਿਸ ਉੱਤੇ ਬੜੀ ਰਾਤ ਗਈ ਤੱਕ ਉਹ ਕੱਤਦੀ ਰਹੀ ਸੀ। ਖੁਰਲੀ ਤੇ ਮੱਝ ਖੜੀ ਸੀ। ਕੋਲੇ ਕੋਲ ਉਸਦੀ ਜੁੱਤੀ ਪਈ ਸੀ। ਦੀਵੇ ਦੇ ਚਾਨਣ ਵਿੱਚ ਇਹ ਘਰ ਉਸਨੂੰ ਏਡਾ ਉਪਰਾ ਨਾ ਲੱਗਿਆ। ਉਸਨੇ ਮੈਂ ਦੀ ਖਾਲੀ ਹੋ ਚੁੱਕੀ ਖੁਰਲੀ ਵਿੱਚ ਕੱਖ ਪਾਏ। ਮੈਂ ਦੇ ਪਿੰਡੇ ਉੱਤੇ ਹੱਥ ਫੇਰਿਆ। ਕੱਟੀ ਉੱਤੇ ਡਿੱਗਿਆ ਪਿਆ ਝੁੱਲ ਦਿੱਤਾ। ਫਿਰ ਡੰਗ ਲਿਆ ਦੀਵਾ। ਨਰੈਣ ਨੇ ਖਿੱਝ ਨੂੰ ਦਬਾਉਂਦਿਆਂ ਕਿਹਾ, ਮਖਾ ਮੈਨੂੰ ਨਾ ਕਦੇ ਜਾਣੀ ਟੇਕ ਜੀ ਨਹੀਂ ਆਉਂਦੀ। ਭਾਨੋ ਨੇ ਚੁੱਲ੍ਹੇ ਵਿੱਚ ਸਵੇਰ ਦੀ ਖਾਤਰ ਗੋਹਾ ਦੱਬਦਿਆਂ ਕਿਹਾ। ਨਾਲੇ ਦਾਣਾ ਭਿਉਣਾ ਵੀ ਭੁੱਲ ਗਈ ਸੀ। ਭਾਨੋ ਨੇ ਜੂਠ ਕੂਠ ਵਾਲੇ ਤੌਲੇ ਵਿੱਚ ਦਾਣਾ ਪਾਉਂਦਿਆਂ ਦੱਸਿਆ। ਤੇਰੇ ਕੁਛ ਰਹਿੰਦਾ ਵੀ ਹੈ ਚੇਤੇ 'ਚ ਕਿ ਸਭ ਕੁਛ ਹੀ ਭੁੱਲ ਜਾਂਦਾ? ਨਰੈਣ ਨੇ ਪਏ ਨਹੀਂ ਆਪਣੇ ਜੂੜੇ ਵਿੱਚੋਂ ਟੁੱਟੇ ਦੰਦਿਆਂ ਵਾਲਾ ਕੰਘਾਂ ਵਾਲਾਂ ਵਿੱਚ ਫੇਰਦਿਆਂ ਜਰਾ ਚਿੜ ਕੇ ਕਿਹਾ, ਚੇਤੇ ਨੂੰ ਅੱਗ ਲੱਗਣੇ ਨੂੰ ਖਬਰ ਨਹੀਂ ਕੀ ਹੋ ਗਿਆ। ਚੇਤਾ ਇੱਥੇ ਹੋਵੇ ਤਾਂ ਇਹ ਨਾ, ਇੱਥੇ ਨੂੰ ਹੋਰ ਕੀ ਖੋਜ ਜਾਣੇ।
2 ਮਹੀਨੇ ਹੋ ਗਏ ਨੇ ਤੈਨੂੰ ਦੇਖਦੇ ਨੂੰ। ਮੈਨੂੰ ਤਾਂ ਤੇਰਾ ਕੋਈ ਥੂ ਪਤਾ ਜਾਂ ਨਹੀਂ ਲੱਗਦਾ। ਮਖਾਂ ਬਾਪੂ ਦਾ ਪਤਾ ਮੰਗਾਇਆ ਕਿਸੇ ਤੋਂ? ਆਹੋ, ਚੰਗਾ ਭਲਾ ਤੈਨੂੰ ਅਜੇ ਵੀ ਬਾਪੂ ਦਾ ਹੇਜ਼ ਮਾਰਦਾ। ਬਾਪੂ ਦਾ ਦਿਲ ਨਹੀਂ ਮਾੜਾ। ਜਿੱਦਣ ਦਾ ਡੋਗਰ ਮਰਿਆ ਉਹਦੀ ਤਾਂ ਜਾਣੀ ਸੁਰਤ ਜੀ ਨਹੀਂ ਟਿਕਾਣੇ। ਜਿਵੇਂ ਕੋਈ ਆਖਦਾ ਉਵੇਂ ਮਗਰ ਲੱਗ ਜਾਂਦਾ। ਤੈਨੂੰ ਤਾਂ ਦੂਜੀ ਵਾਰੀ ਵੀ ਵੇਚਣ ਨੂੰ ਫਿਰਦਾ ਸੀ। ਅਜੇ ਤੂੰ ਆਖਦੀ ਐ ਦਿਲ ਦਾ ਨਹੀਂ ਮਾੜਾ। ਉਸਨੂੰ ਦੀਦਾ ਸੀ ਬਈ ਭਲਕੇ ਜਦੋਂ ਮੈਂ ਅੱਖਾਂ ਮੀਚ ਗਿਆ ਇਸ ਦਾ ਕੀ ਬਣੂ। ਸ਼ਰੀਕ ਕਿਹਦੇ ਭਲੇ ਹੁੰਦੇ ਨੇ। ਮੋਰਾਂ ਵਾਲੀ ਆਲੇ ਅੱਡ ਸੁਨੇਹੇ ਘੱਲਦੇ ਸੀ ਬਈ ਭਾਨੋ ਨੂੰ ਨਹੀਂ ਤਾਂ ਭਲੀ ਪਤੰਦ ਨਾਲ ਤੋਰ ਦੇ, ਨਹੀਂ ਤਾਂ ਅਸੀਂ ਚੱਕ ਕੇ ਲੈ ਜਾਾਂਗੇ। ਅਸੀਂ ਤੇਰੇ ਬਾਪੂ ਨੇ ਸੋਚਿਆ ਬਈ ਉਦੋਂ ਪਹਿਲਾਂ ਪੈਸੇ ਵਟ ਲਾਂ। ਨਹੀਂ, ਤੈਨੂੰ ਕੀ ਪਤਾ, ਅਸੀਂ ਬੜੇ ਦਸੌਟੇ ਕੱਟੇ ਨੇ। ਮੈਂ ਤਾਂ ਡਰਦੀ ਨੇਰੇ ਸਵੇਰੇ ਬਾਹਰ ਨਹੀਂ ਸੀ ਨਿਕਲਦੀ ਬਈ ਬਾਪੂ ਬੁੜੇ ਨੇ ਕੀ ਕਰ ਲੈਣਾ। ਕੋਈ ਦੋ ਮਾਰੂ ਇਹਦੇ ਗਲੱਥ। ਭਰਾਵਾਂ ਬਾਹਰੀਆਂ ਦੀ ਕਾਹਦੀ ਜੂਨ ਹੈ ਪਿੰਡਾਂ 'ਚ। ਤੂੰ ਤਾਂ ਕਮਲੀ ਐ। ਜਦ ਤਾਈਂ ਤੀਵੀਂ ਦੀ ਆਪਣੀ ਮਰਜ਼ੀ ਨਾ ਹੋਵੇ ਕੋਈ ਉਸ ਦੀ ਹਵਾ ਕੰਨੀ ਨਹੀਂ ਝਾਕ ਸਕਦਾ। ਨਹੀਂ, ਤੈਨੂੰ ਬੁਰੇ ਬੰਦਿਆਂ ਦਾ ਨਹੀਂ ਪਤਾ ਜਿਹੜੇ ਆਪਣੇ ਸਕੇ ਭਰਾ ਨੂੰ ਛੱਡ ਪਰੇ। ਤੂੰ ਸਾਰਾ ਦਿਨ ਉਹਨਾਂ ਦੇ ਨਾ ਝਿੜੇ ਲਈ ਬੈਠੀ ਰਿਹਾ ਕਰ। ਕੀ ਕਰਾਂ, ਇਹ ਗੱਲਾਂ ਤਾਂ ਜਾਣੀ ਮੇਰੇ ਹੱਡਾਂ 'ਚ ਬਹਿ ਗਈਆਂ ਨੇ। ਮੈਂ ਬਥੇਰਾ ਸਮਝਾਉਣੀ ਆ ਬਈ ਮਨਾ, ਉਹ ਵੇਲਾ ਤਾਂ ਹੁਣ ਹੱਥ ਨਹੀਂ ਆਉਣਾ। ਰੱਬ ਦਾ ਸ਼ੁਕਰ ਕਰ ਬਈ ਤੂੰ ਕਿਸੇ ਕੰਢੇ ਵੱਟੇ ਲੱਗੀ ਐ। ਭਲਾ ਹੋਵੇ ਇਸ ਦਾ ਜਿਹਨੇ ਕੁਛ ਨਹੀਂ ਪੁੱਛਿਆ ਤੇ ਬਾਰ ਖੋਲਤਾ। ਚੰਗਾ ਹੁਣ ਸੌਂ ਜਾ। ਮਖਾਂ ਜਿਹੜੀ ਗੱਲ ਤੈਨੂੰ ਚੰਗੀ ਨਾ ਲੱਗੇ ਤੂੰ ਆਖ ਦਿਆ ਕਰ ਜੀ। ਮੇਰੀ ਤਾਂ ਸੁਰਤ ਜੀ ਨਹੀਂ ਟਿਕਾਣੇ। ਭਾਨੋ, ਹਾਂ ਜਿਹੜੀ ਕਦੇ ਦਾਰੂ ਦੀ ਘੁੱਟ ਜੀ ਪੀ ਲੈਣਾ ਉਸ ਕਰਕੇ ਚਿੱਟੇ ਵਾਲ ਆ ਗਏ। ਉਮਰ ਤਾਂ ਮੇਰੀ ਏਡੀ ਬਹੁਤੀ ਨਹੀਂ, ਤੂੰ ਸੋਚਦੀ ਹੋਵੇਂਗੀ ਖਬਰ ਨਹੀਂ। ਨਹੀਂ ਭਾਈ ਦੀ ਸਹੁੰ, ਮੇਰੇ ਤਾਂ ਚਿੱਤ 'ਚ ਵੀ ਇਹ ਗੱਲ ਕਦੇ ਨਹੀਂ ਆਈ। ਨਾਲੇ ਧੌਲੇ ਤਾਂ ਅੱਜ ਕੱਲ ਊਂ ਥਰਕੇ ਫਿਰਦੇ ਨੇ, ਨਿੱਕੀਆਂ ਕੁੜੀਆਂ ਦੇ ਵੀ ਆ ਜਾਂਦੇ ਨੇ। ਭਾਨੋ, ਹਾਂ ਆਥਣੇ ਇੱਕ ਬਾਜੀਗਰਨੀ ਬਾਜੀਆਂ ਜਿਹੀ ਵੇਚਦੀ ਫਿਰਦੀ ਸੀ ਮਿੱਟੀ ਦੀਆਂ। ਆਹੋ, ਤੂੰ ਲੈ ਲੈਣੀਆਂ ਸੀ। ਆਪਣੇ ਕੌਣ ਹੈ ਬਾਜੀਆਂ ਨਾਲ ਖੇਡਣ ਵਾਲਾ? ਨਹੀਂ ਤਾਂ ਹੋ ਜੂ। ਭਾਨੋ ਨੇ ਕੋਈ ਜਵਾਬ ਨਾ ਦਿੱਤਾ। ਭਾਨੋ, ਹਾਂ ਤੇਰਾ ਦਿਲ ਨਹੀਂ ਕਰਦਾ ਵੀ ਤੇਰਾ ਵੀ ਕੋਈ ਜਵਾਕ ਹੋਵੇ? ਜਦੋਂ ਉਹ ਮਰਿਆ ਸੀ ਤਾਂ ਮੇਰਾ ਬੜਾ ਚਿੱਤ ਕੀਤਾ ਸੀ ਬਈ ਨਿੱਕੀ ਮੋਟੀ ਉਸ ਦੀ ਕੋਈ ਨਿਸ਼ਾਨੀ ਹੋਈ ਹੁੰਦੀ ਜਿਹਦੇ ਸਹਾਰੇ ਮੈਂ ਆਪਣੇ ਦਿਨ ਕੱਟ ਲੈਂਦੀ। ਉਹ ਪਿੱਛੋਂ ਭਾਨੋ, ਉਦੋਂ ਦੀ ਨਹੀਂ, ਮੈਂ ਹੁਣ ਦੀ ਗੱਲ ਕਰਦਾ। ਤੇਰਾ ਜੀ ਕਰਦਾ ਹੈ ਤਾਂ ਰੱਬ ਕਰੇ ਜ਼ਰੂਰ ਹੋ ਜੇ। ਉਹ ਮੈਨੂੰ ਲੱਗਦਾ ਜਿੱਦਣ ਦਾ ਉਹ ਮਰਿਆ ਮੇਰਾ ਤਾਂ ਜਾਣੀ ਅੰਦਰ ਹੀ ਸੁੱਕ ਗਿਆ। ਹੁਣ ਉੱਥੇ ਕੀ ਫੁੱਟਣਾ ਹੈ। ਰੱਬ ਸਭ ਲੋਟ ਕਰ ਦੂ, ਬਸ ਤੂੰ ਦਗਾ ਨਾ ਦੇਈ। ਦਗਾ ਦੇ ਕੇ ਮੈਂ ਕਿਹੜੇ ਖੂਹ 'ਚ ਜਾਣਾ? ਨਾ ਅੱਗਾ ਨਾ ਪਿੱਛਾ। ਤੀਵੀਂ ਦਾ ਕੀ ਹੁੰਦਾ, ਅੱਗਾ ਪਿੱਛਾ ਬਣਾਉਣ ਤੇ ਆਈ ਘੜੀ 'ਚ ਬਣਾ ਲੈਂਦੀ ਏ। 2 ਮਹੀਨਿਆਂ ਤੋਂ ਪਹਿਲਾਂ ਮੈਨੂੰ ਕਿਹੜਾ ਤੂੰ ਜਾ। ਇੱਕ ਪਲ ਭਾਨੋ ਦਾ ਜੀ ਕੀਤਾ ਕਹਿ ਦੇਵੇ ਉਹ ਤੀਵੀਆਂ ਹੋਰ ਹੁੰਦੀਆਂ ਨੇ, ਪਰ ਫਿਰ ਉਸਨੂੰ ਲੱਗਿਆ ਖਬਰੇ ਉਹ ਮੇਰੇ ਵਰਗੀਆਂ ਹੀ ਹੁੰਦੀਆਂ ਹੋਣ ਤੇ ਉਹ ਚੁੱਪ ਕਰ ਰਹੀ। ਭਾਨੋ, ਹਾਂ ਗੁੱਸੇ ਹੋ ਗਈ? ਨਹੀਂ, ਗੁੱਸੇ ਕਾਹਦੇ ਨਾਲ ਹੋਣਾ ਹੈ? ਮੇਰੇ ਨਾਲ ਨਹੀਂ। ਮਖਾਂ ਜੀ ਰਲੀ ਚਮਿਆਰੀ ਪਾਈਆ ਕੋ ਠੰਡਾ ਮੰਗਦੀ ਸੀ। ਆਖਦੀ ਸੀ ਮੁੰਡਾ ਬਿਮਾਰ ਹੈ, ਦਵਾਈ ਵਿੱਚ ਪਾਉਣਾ। ਤੂੰ ਦੇ ਦਿੰਦੀ ਫੇਰ? ਮੈਂ ਕਿਹਾ ਪੁੱਛ ਕੇ ਦੇਊਂਗੀ। ਭਾਨੋ, ਇਹ ਘਰ ਹੁਣ ਤੇਰਾ ਹੀ ਹੈ, ਜਿਵੇਂ ਮਰਜ਼ੀ ਕਰ ਲਿਆ ਕਰ। ਸਰਵਣ ਨੇ ਤਾਂ ਆਪ ਮੈਨੂੰ ਕਦੇ ਕਿਸੇ ਗੱਲੋਂ ਨਹੀਂ ਸੀ ਰੋਕਿਆ, ਪਰ ਤੇਰਾ ਜੀ ਮੈਨੂੰ ਕੁਝ ਪਤਾ ਨਹੀਂ। ਮੈਂ ਕਿਹਾ ਖਬਰੇ? ਭਾਨੋ, ਨਰੈਣ ਨੇ ਆਕੜ ਕੇ ਕਿਹਾ। ਹਾਂਜੀ। ਭਾਨੋ ਨੇ ਸਹਿਮ ਕੇ ਮਸਕੀਨ ਜਿਹੀ ਆਵਾਜ਼ ਵਿੱਚ ਕਿਹਾ। ਚੰਗਾ। ਆਖਦਿਆਂ ਭਾਨੋ ਨੇ ਦੀਵੇ ਉੱਤੇ ਫੂਕ ਮਾਰ ਦਿੱਤੀ ਤੇ ਟੋਂਦੀ ਹਨੇਰੇ ਵਿੱਚ ਆਪਣੇ ਮੰਜੇ ਉੱਤੇ ਆ ਟੇਢੀ ਹੋਈ। ਫਿਰ ਉਸਨੂੰ ਚੇਤਾ ਆਇਆ, ਛੋਟੀ ਹੁੰਦੀ ਨੂੰ ਮਾਂ ਆਖਦੀ ਹੁੰਦੀ ਸੀ ਦੀਵੇ ਨੂੰ ਫੂਕ ਮਾਰ ਕੇ ਨਹੀਂ ਬੁਝਾਈਦਾ, ਮਾੜਾ ਹੁੰਦਾ। ਹੱਟੀ ਵਰਗਾ ਲਿਪਿਆ ਪੋਚਿਆ ਘਰ, ਤਲੀ ਦਿੱਤਾ ਸੰਭਰਿਆ ਸੁਹਰਿਆ ਅੰਦਰ, ਭਾਵੇਂ ਪੁੰਜੇ ਪਾ ਕੇ ਖਾ ਲਓ। ਕਿਸੇ ਰਕਾਨ ਦੇ ਹੱਥਾਂ ਦਾ ਬਣਾਇਆ ਮੋਰਨੀਆਂ ਵਾਲਾ ਪੀੜੇ ਵਿੱਚ ਚਿਣ ਕੇ ਰੱਖੇ ਲਿਸ਼ਕਦੇ ਭਾਂਡੇ, ਚਕਮਾ ਚੁੱਲ੍ਹਾ ਬੇਟਾ, ਜਿਹੜਾ ਚੁੱਲ੍ਹਾ ਇੱਕ ਜਗ੍ਹਾ ਤੋਂ ਚੁੱਕ ਕੇ ਦੂਜੀ ਜਗ੍ਹਾ ਰੱਖ ਲਈਏ। ਚੁੱਲ੍ਹੇ ਉੱਤੇ ਰਿੱਝਦੇ ਸਾਗ ਵਿੱਚੋਂ ਉੱਠਦੀ ਚਿੱਟੀ ਭਾਫ ਭਾਨੋ ਕੋਲ ਬੈਠੀ ਲਸਣ ਛਿੱਲ ਰਹੀ ਸੀ। ਵੇ ਨਰੈਣ, ਤੇਰੀ ਬਹੂ ਤਾਂ ਬੜੀਓ ਸੁਹੁਨਰੀ ਐ। ਕੰਡਾ ਕਢਾਉਣ ਲਈ ਆਈ ਸੰਤੀ ਨੇ ਧੋਤੇ ਹੋਏ ਕੱਪੜੇ ਪਾਈ ਬੈਠੇ ਚਿਲਮ ਪੀ ਰਹੇ ਨਰੈਣ ਨੂੰ ਕਿਹਾ। ਵਾਲੀ ਤਾਰੀਫ ਕਰਕੇ ਤੂੰ ਇਹਨੂੰ ਵਿਗਾੜ ਨਾ ਦੇਈ ਸੰਤੀ। ਜਾ ਵੇ, ਵਿਗੜਿਆ ਹੋਇਆ ਤਾਂ ਸਗੋਂ ਤੂੰ ਹੈ। ਹਰ ਵੇਲੇ ਕੋਈ ਨਾ ਕੋਈ ਅਮਲ।
ਦੇਖ ਤਾਂ ਇਹਦਾ ਕੀ ਹਾਲ ਕਰ ਛੱਡਿਆ, ਕਾਨਿਆਂ ਵਰਗੀਆਂ ਟੰਗਾਂ, ਬਾਹਾਂ ਸੁੱਕਿਆ ਮੂੰਹ। ਬਈ ਬੰਦਾ ਦੁੱਧ ਘਿਓ ਖਾਵੇ ਜਿਹਾ ਰਾਹ ਨੇ। ਲੈ ਇਹ ਤਾਂ ਝਿੜਕਦੀ ਹੋਇਆ, ਤੂੰ ਵੀ ਲੱਗ ਗਈ। ਮੈਂ ਕਿਹਦੇ ਕੋਲ ਦਾਦ ਫਰਿਆਦ ਲਾਵਾਂ, ਜਿਹਦਾ ਨਾਂ ਅੰਮਾ ਨਾ ਬਾਬਾ। ਚੰਗੀ ਕਰਦੀ ਏ ਜੇ ਝਿੜਕਦੀ ਏ, ਹੈਗਾ ਈ ਤੂੰ ਇਸ ਲਾਇਕ। ਬਈ ਕੀ ਪਿਆ ਇਹਨਾਂ ਚੀਜ਼ਾਂ 'ਚ, ਲਹੂ ਹੀ ਫੂਕਦੀਆਂ ਨੇ। ਖਾ, ਕਦੇ ਸ਼ਰਾਬ ਕਦੇ ਸੁਲਫਾ, ਕੁਛ ਨਾ ਕੁਛ ਝੁਲਸਦਾ ਹੀ ਰਹਿਣਾ। ਤੈਨੂੰ ਕੀ ਦੱਸਾਂ ਬੇਬੇ, ਕਾਦਸੀ ਵਾਲੇ ਦਿਨ ਮੇਰੇ ਨਾਲ ਜਾ ਕੇ ਗੁਰਦੁਆਰੇ ਨੇਮ ਕਰਕੇ ਆਇਆ। ਬਈ ਅੱਜ ਤੋਂ ਨਹੀਂ ਪੀਂਦਾ ਸ਼ਰਾਬ, ਪਰ 2 ਦਿਨ ਨਾ ਕੱਟੇ ਗਏ, ਸਗੋਂ ਰੱਬ ਤੋਂ ਵੀ ਝੂਠਾ ਪਿਆ। ਭਾਨੂ ਨੇ ਜਿਵੇਂ ਸ਼ਿਕਾਇਤ ਲਗਾਈ। ਰੱਬ ਆਪ ਸਹੁਰਾ ਕਿਹੜਾ ਪੀਂਦਾ ਨਹੀਂ ਹੋਣਾ। ਮੈਨੂੰ ਤਾਂ ਲੱਗਦਾ ਸੰਤੀ ਉਹ ਦਿਨ ਨੂੰ ਵੀ ਪੀ ਰੱਖਦਾ ਹੋਣਾ, ਤਾਈਓ ਸੰਸਾਰ ਤੇ ਹਨੇਰ ਵਰਤਿਆ ਪਿਆ। ਨਰੈਣ ਨੇ ਚਿਲਮ ਝਾੜ ਕੇ ਲੰਮਾ ਸੂੜਾ ਲਗਾਉਂਦਿਆਂ ਕਿਹਾ, ਚੁੱਪ ਕਰ ਵੇ, ਬੜਾ ਨਾ ਭੌਂਕ। ਰੱਬ ਤੋਂ 7 ਵੇਲੇ ਡਰੀਦਾ, ਉਸ ਦੇ ਰੰਗਾਂ ਦਾ ਕੀ ਪਤਾ ਹੁੰਦਾ। ਲੈ ਬੇਬੇ, ਨਿਕਲ ਗਿਆ ਕੰਡਾ। ਭਾਨੂ ਨੇ ਉਸ ਨੂੰ ਸੂਈ ਫੜਾਉਂਦਿਆਂ ਕਿਹਾ, ਜਿਉਂਦੀ ਵਸਦੀ ਰਹੋ, ਰੱਬ ਤੈਨੂੰ ਇੱਕ ਜੀ ਦੇ ਦੇਵੇ, ਇਸ ਘਰ ਤੇਰੀ ਜੜ ਮੁਨਿਆਦ ਲੱਗ ਜਾਵੇ, ਫੇਰ ਇਹ ਜਿੱਧਰ ਮਰਜੀ ਧੱਕੇ ਖਾਂਦਾ ਫਿਰੇ। ਤੈਨੂੰ ਨਹੀਂ ਪਤਾ ਸੰਤੀ, ਇਹ ਤਾਂ ਮੈਨੂੰ ਜਵਾਕ ਹੀ ਸਮਝਦੀ ਹੈ। ਤੈਂ ਦੇਖੀ ਨਹੀਂ ਆਕੜੇ ਦੀ, ਕਦੇ ਕਹੂ ਧੋਤੇ ਹੋਏ ਕੱਪੜੇ ਪਾ ਲੈ, ਕਦੇ ਕਹੂ ਜੁੱਤੀ ਇੱਥੇ ਨਾ ਲਾ, ਕਦੇ ਹੱਟੀਆਂ ਸੌਦਾ ਲਿਆ ਦੇ। ਹੁਣ ਤਿਲ ਰੱਖੇ ਪਏ ਨੇ ਕੁੱਟਣ ਨੂੰ, ਆਖਦੀ ਹੈ ਭੁੱਗਾ ਬਣਾਉਣਾ। ਨਰੈਣ ਨੇ ਚਿਲਮ ਰੱਖ ਕੇ ਤਿਲ ਕੁੱਟਣੇ ਸ਼ੁਰੂ ਕਰਦਿਆਂ ਕਿਹਾ, ਜਾ ਵੇ, ਬੰਦਾ ਬਣਾ ਦਿੱਤਾ ਤੈਨੂੰ ਜਿੱਦਣ ਦੀ ਆਈ ਹੈ। ਹੋਰ ਸੁਣ ਲਓ, ਅੱਗੇ ਮੈਂ ਬੰਦਾ ਹੀ ਨਹੀਂ ਸੀ। ਵੱਡੀ ਭਾਬੀ ਹੈ, ਮਖੌਲ ਕਰ ਲੂ ਤਾਂ ਕੀ ਹੈ। ਭਾਨੂ ਨੇ ਚੁੱਲ੍ਹੇ ਵਿੱਚੋਂ ਅੱਗ ਖੁੱਲ ਕੇ ਸੰਤੀ ਵੱਲ ਨੂੰ ਕਰਦਿਆਂ ਕਿਹਾ, ਪਰ ਮੈਂ ਤੈਨੂੰ ਇੱਕ ਗੱਲ ਆਖਾਂ ਨਰੈਣ, ਤੈਨੂੰ ਚੰਗੀ ਲੱਗੇ ਭਾਵੇਂ ਮਾੜੀ, ਐ ਜਿਹੜੇ ਅਮਲੀ ਠਮਲੀ ਤੂੰ ਘਰ ਲੈ ਆਉਣਾ, ਆਹ ਗੱਲ ਚੰਗੀ ਨਹੀਂ। ਹੁਣ ਸੁੱਖ ਨਾਲ ਤੇਰਾ ਵਸਦਾ ਘਰ ਹੈ, ਕੋਈ ਛੜੇ ਛੜਾਂਗ ਦੀ ਝੌਂਪੜੀ ਤਾਂ ਹੈ ਨਹੀਂ। ਹੁਣ ਤਾਂ ਤੈਨੂੰ ਕਬੀਲਦਾਰਾਂ ਵਾਂਗੂ ਰਹਿਣਾ ਚਾਹੀਦਾ। ਮੈਂ ਕਿਹੜਾ ਕਿਸੇ ਕੰਜਰ ਨੂੰ ਸੱਦਣ ਜਾਣਾ ਸੰਤੀ, ਆਪੇ ਆ ਜਾਂਦੇ ਨੇ। ਨਾ ਤੂੰ ਕਿਹਾ ਕਰ ਬਈ ਘੁੱਟ ਪੀਣੀ ਹੈ ਤਾਂ ਗੁਰਦੁਆਰੇ ਹਲਟੀ ਉੱਤੇ ਬੈਠ ਕੇ ਪੀ ਲਓ, ਜਾਂ ਬਾਵੇ ਦੇ ਡੇਰੇ ਵਗ ਜੋ। ਧੀਆਂ ਭੈਣਾਂ ਵਾਲੇ ਘਰ ਨਹੀਂ ਇਹ ਗੱਲਾਂ ਚੰਗੀਆਂ ਲੱਗਦੀਆਂ। ਮੈਂ 20 ਵਾਰੀ ਇਹ ਸੁਣਦਾ ਕਿਹੜਾ ਹੈ ਬੇਬੇ, ਆਪ ਤਾਂ ਇਹ 2 ਘੁੱਟ ਪੀ ਕੇ ਗੁੱਟ ਹੋ ਕੇ ਪੈ ਜਾਂਦਾ, ਅਗਲੇ ਅੱਖਾਂ ਪਾੜ ਕੇ ਝਾਕਦੇ ਨੇ ਸਾਰੇ ਘਰ ਕੰਨੀ। ਭਾਨੂ ਨੇ ਨਰੈਣ ਤੋਂ ਫੜ ਕੇ ਆਪ ਕਾਲੀ ਕਾਲੀ ਤਿਲ ਕੁੱਟਦਿਆਂ ਕਿਹਾ, ਲੈ ਝਾਕਦੇ ਨੇ ਇਸ ਹੂਰਾਂ ਪਰੀ ਕੰਨੀ, ਐਵੇਂ ਭੌਂਕੀ ਜਾਂਦੀ ਏ। ਵੇ ਪੀ ਕੇ ਕਿਤੇ ਬੰਦੇ ਨੂੰ ਪਤਾ ਹੁੰਦਾ ਹੈ ਨਰੈਣ। ਲੈ ਸੰਤੀ, ਪੀ ਕੇ ਕੀ ਹੋਇਆ ਹੁੰਦਾ, ਪਰ ਸਾਊ ਤੂੰ ਜ਼ਰੂਰ ਆਪਣੇ ਘਰ ਦੀ ਮਿੱਟੀ ਪੱਟਣੀ ਐ। ਚੱਲ ਕਹਿ ਦੂੰਗਾ ਗਾਂ ਤੋਂ, ਪਰ ਸੰਤੀ ਇਸ ਨੂੰ ਤਾਂ ਕਹਿ, ਤੂੰ ਦੇਖ ਲੈ ਮਾੜਾ ਜਾ ਕਿਸੇ ਦੇ ਘਰ ਮਹਾਰਾਜ ਖੁੱਲਿਆ ਹੋਵੇ, ਸਾਰਾ ਦਿਨ ਉੱਥੇ ਹੀ ਬੈਠੀ ਰਹੂ, ਐਵੇਂ ਲੋਕਾਂ ਦੇ ਝੂਠੇ ਭਾਂਡੇ ਮਾਂਜਦੀ ਰਹੂ, ਜੁੱਤੀਆਂ ਝਾੜੂ ਅਖੇਹ ਸੇਬੈ ਘਰ, ਭਾਵੇਂ ਮੈਂ ਰੋਟੀ ਨੂੰ ਭੁੱਖਾ ਬੈਠਾ ਰਹਾ। ਵੇ ਨਰੈਣ, ਇਹ ਪਾਸਾ ਤਾਂ ਮਾੜਾ ਨਹੀਂ, ਕੁਛ ਗਾਹਾਂ ਵਾਸਤੇ ਵੀ ਬੀਜਣਾ ਚਾਹੀਦਾ। ਪਿਛਲੇ ਜਨਮ ਕੋਈ ਚੰਗੇ ਕਰਮ ਕੀਤੇ ਹੁੰਦੇ ਤਾਂ ਇਸ ਵਰਗੀਆਂ 100 ਹੁਨਰੀਆਂ ਅੱਖ ਦੀ ਸ਼ਰਮ ਵਾਲੀਆਂ ਨੂੰਹਾਂ ਧੀਆਂ ਦੇ ਤਾਂ ਲੋਕ ਪੈਰ ਧੋ ਪੀਂਦੇ ਨੇ। ਆਹੋ ਮੈਨੂੰ ਪਤਾ ਵੀ ਤੂੰ ਤਾਂ ਇਸ ਦੇ ਵੱਲ ਦੀ ਉਹ ਗੱਲ ਕਰੇਂਗੀ, ਨਹੀਂ ਮੈਂ ਤਾਂ ਰੱਬ ਲੱਗਦੀ ਕਰਦੀ ਆ। ਮੈਂ ਤਾਂ ਵਿਚਾਰੀ ਇਸ ਤੋਂ ਨਹੀਂ ਕੁਛ ਲੈ ਕੇ ਖਾਣਾ, ਤੈਥੋਂ ਨਹੀਂ। ਲੈ ਬੇ ਦੇਖ, ਹੋ ਗਿਆ ਠੀਕ। ਭੁੱਗੇ ਦੀ ਇੱਕ ਪਿੰਨੀ ਸੰਤੀ ਨੂੰ ਫੜਾਂਦੀ ਭਾਨੂ ਬੋਲੀ, ਕੁੜੇ ਮੈਂ ਕਿਤੇ ਨਿਆਣੀ ਆ। ਪਿੰਨੀ ਫੜ ਕੇ ਭੋਰਾ ਤੋੜ ਕੇ ਮੂੰਹ ਵਿੱਚ ਪਾਉਂਦਿਆਂ ਸੰਤੀ ਨੇ ਕਿਹਾ, ਕੁੜੇ ਬੇਬੇ ਸੰਤੀ ਹੈ ਤਾਂ ਖਬਰ ਨਹੀਂ ਦਿਆਲੋ ਹੱਕਾ ਮਾਰਦੀ ਹੈ। ਕੁੜੇ ਆਈ। ਸੰਤੀ ਨੇ ਬਚਦੀ ਪਿੰਨੀ ਮੂੰਹ ਵਿੱਚ ਪਾਈ, ਮੂੰਹ ਉੱਤੋਂ ਦੀ ਹੱਥ ਫੇਰਿਆ ਤੇ ਤੁਰ ਪਈ। ਮੱਥਾ ਟੇਕਦੀਆਂ, ਬੇਬੇ ਕਿੱਥੇ ਗਈ ਸੀ? ਮੈਂ ਜੋਤੇ ਦੀ ਭਾਲਦੀ ਫਿਰਦੀ ਆ। ਜਿਉਂਦੀ ਵਸਦੀ ਰਹਿ, ਰੱਬ ਤੈਨੂੰ ਭਾਗ ਲਾਵੇ। ਮੈਂ ਭਾਨੂ ਤੋਂ ਕੰਡਾ ਕਢਾਉਣ ਗਈ ਸੀ, ਫਿਰ ਮੈਂ ਕਿਹਾ ਨਰੈਣ ਨੂੰ ਵੀ ਆਖ ਜਾਵਾਂ, ਬਈ ਇਹ ਕਬੀਲਦਾਰਾਂ ਦਾ ਵਿਹੜਾ ਹੈ, ਐਵੇਂ ਨਾ ਲੁੱਚੇ ਲੰਡਿਆਂ ਨੂੰ ਇਕੱਠੇ ਕਰਕੇ ਲੈ ਆਇਆ ਕਰੇ, ਸਾਰੀ ਧੀਆਂ ਭੈਣਾਂ ਆਲੇ ਆ। ਨਹੀਂ ਬੇਬੇ ਤੂੰ ਤਾਂ ਭੋਲੀ ਹੈ, ਨਰੈਣ ਕਰਕੇ ਕਿਹੜਾ ਆਉਂਦਾ, ਤੂੰ ਆਪ ਹੀ ਸਿਆਣੀ ਹੈ। ਕਿਹਦੇ ਕਰਕੇ ਆਉਂਦੇ ਨੇ? ਉਸ ਕਰਕੇ ਹੀ ਆਉਂਦੇ ਨੇ। ਕੁੜੇ ਦਿਆਲੋ, ਰੱਬ ਨੂੰ ਜਾਨ ਦੇਣੀ ਹੈ। ਭਾਨੂ ਤਾਂ ਇਹੋ ਜੀ ਲੱਗਦੀ ਨਹੀਂ, ਲੱਗਣ ਨੂੰ ਕੀ ਹੋਰ ਉਸ ਦੇ ਫੰਬ ਲੱਗੇ ਹੋਣ। ਜਿਹੜੀ ਪੇਕੇ ਸਹੁਰੇ ਛੱਡ ਰਹੀ ਰਾਮ ਗਊ ਬਣੀ ਫਿਰਦੀ ਹੈ, ਉਹ ਤੇਰੇ ਭਾ ਦੀ ਭਲੀ ਹੋਊ। ਕੁੜੇ ਕੀ ਪਤਾ ਹੁੰਦਾ ਹੈ ਅਗਲਾ ਕਿਹੜੀ ਗੱਲੋਂ ਅੰਗਿਆਰਾਂ ਤੋਂ ਹੀ ਦੀ ਤੁਰਦਾ ਹੈ।
नहीं बेबे, तू तां सारे जग नूं अपने वर्गा समझदी है। मैनू तां इहदे लक्षण चंगे नहीं लगदे, जिहदे किसे दे पाठ खुलिया हो मूहरे भज्जी फिरू। वड्डी भगतनी 900 चूहा खा के बिल्ली हज नूं चली। कुड़े दयालो, रब दियां रब ही जाने, आपां काहनूं इउं सोच के पापां दी भागी बणीए। कुड़े हा, शिंग तबीत तां भला सोहना पाई फिरदी है, नवां करवाया? नहीं बेबे, ਇਹ ਤਾਂ ਮੁੰਡੇ ਹੋਏ ਤੋਂ ਮੇਰੇ ਪੇਕਿਆਂ ਨੇ ਪਾਇਆ ਸੀ। ਇਸ ਘਰ ਤਾਂ ਜਿੱਦਣ ਦੀ ਆਈ ਆ ਨੱਕ ਨੂੰ ਮੇਖ ਕਿਹੜਾ ਜੁੜੀ ਐ। ਕੁੜੇ, ਅੱਜ ਕੱਲ ਕਬੀਲਦਾਰੀਆਂ ਇਹੋ ਜੀਆਂ ਹੀ ਨੇ। ਮੇਰੀ ਵਾਰ ਨੂੰ ਕਬੀਲਦਾਰੀਆਂ ਆ ਜਾਂਦੀਆਂ ਨੇ। ਆਪਦੀ ਭੈਣ ਆ ਜੇ ਮਟਕ ਦੇਣੇ ਹੱਟੀਆਂ ਲੀੜੇ ਪੜਵਾ ਦੂਗਾ ਵੀ ਤਾਂ ਦਿੱਤੇ ਸਰਦੇ ਨੇ, ਨਹੀਂ ਤਾਂ ਅਗਲੇ ਮਿਹਣੇ ਮਾਰਦੇ ਨੇ ਵੀ ਪੇਕਿਆਂ ਤੋਂ ਝੱਗਾ ਚੁੰਨੀ ਵੀ ਨਾ ਸਰਿਆ। ਹੋਰ ਕੀ ਹਾਲ ਹੈ ਤੇਰੀ ਭਾਨੂ ਦਾ? ਦਿਆਲੂ ਨੇ ਧੁੱਪੇ ਧਰੇ ਕੋਲ ਨਾਲੋਂ ਫੰਬਾ ਆਪਣੇ ਹੱਥਾਂ ਉੱਤੇ ਮਲ ਕੇ ਮੈਲ ਦੀਆਂ ਬੱਤੀਆਂ ਲਾਉਂਦਿਆਂ ਪੁੱਛਿਆ। ਚੰਗੀ ਹੈ ਵਿਚਾਰੀ? ਲੈ ਵਿਚਾਰੀ ਬਚੂਰੀ ਕੋਈ ਨਹੀਂ ਬੇਬੇ, ਸਾਡੇ ਪਿੰਡ ਵੀ ਸੀਗੀ ਇੱਕ ਇਹੋ ਜੀ ਚਲਾ, ਅਖੇ ਰੋਜ਼ ਗੁਰਦੁਆਰੇ ਪਾਸ ਹੋਣ ਜਾਂਦੀ ਹੈ। ਉਦਣ ਹੀ ਪਤਾ ਲੱਗਿਆ ਜਦੋਂ ਜਣਦਿਆਂ ਸਹੇੜ ਦਿਆਂ ਦੇ ਸਿਰ ਸਵਾਹ ਪਾ ਕੇ ਭਾਈ ਜੀ ਨਾਲ ਹੀ ਉਦਲ ਗਈ। ਪਰ ਉਸ ਦੇ ਤਾਂ ਘਰਦਿਆਂ ਨੇ ਪਿੱਛਾ ਕੀਤਾ, ਸਟੇਸ਼ਨ ਤੇ ਹੀ ਜਾ ਫੜੇ। ਭਾਈ ਜੀ ਦਾ ਮੂੰਹ ਕਾਲਾ ਕਰਕੇ ਗਲ ਛਿੱਤਰਾਂ ਦੀ ਮਾਲਾ ਪਾ ਕੇ ਤੇ ਗਧੇ ਤੇ ਬਿਠਾ ਕੇ ਸਾਰੇ ਪਿੰਡ ਦੇ ਦੁਆਲੇ ਗੇੜਾ ਦਿੱਤਾ ਤੇ ਉਸ ਭਜੜੇ ਪਿੱਟੀ ਦੇ ਪਿਓ ਨੂੰ ਸੱਦ ਕੇ ਨਾਲ ਹੱਕਦੀ, ਬਈ ਆਪ ਦੀ ਨੂੰ ਖੂਹ ਵਿੱਚ ਸੁੱਟ, ਖਾਤੇ ਵਿੱਚ ਸੁੱਟ, ਸਾਡੇ ਤਾਂ ਕੰਮ ਦੀ ਨਹੀਂ। ਹੁਣ ਤੂੰ ਬੈਠ, ਦੱਸ ਚਾਹ ਧਰਾਂ? ਨਹੀਂ ਬੇਬੇ, ਮੈਂ ਤਾਂ ਇੱਕ ਕੰਮ ਆਈ ਸੀ ਤੇਰੇ ਕੋਲ। ਦੱਸ। ਘਰ ਹੁੰਦੇ ਦਾ ਜਵਾਬ ਨਹੀਂ। ਹੋਰਾ ਕੁਛ ਸ਼ਰਾਬ ਚਾਹੀਦੀ ਹੈ, ਮੁੰਡੇ ਦੇ ਸੱਟ ਲੱਗੀ, ਪੱਟੀ ਬੰਨਣੀ ਹੈ। ਸ਼ਰਾਬ ਆਪਣੇ ਕਿੱਥੇ? ਆਪਣੇ ਕੋਈ ਮੂੰਹ ਨਾ ਲਾਵੇ। ਹਾਂ, ਨਰੈਣ ਕੇ ਹੋਊ। ਮੈਂ ਕਿਹਾ ਪਿੱਛੇ ਜੇ ਆਪਣੀ ਸੀਤੋ ਦਾ ਪ੍ਰਾਹੁਣਾ ਆਇਆ ਹੋਇਆ ਸੀ, ਖਬਰੇ ਭੋਰਾ ਪਈ ਹੋਵੇ ਕਿਸੇ ਬੋਤਲ ਵਿੱਚ। ਲਿਆਂਦੀ ਤਾਂ ਸੀ ਪ੍ਰਾਹੁਣੇ ਆਏ ਤੋਂ, ਪਰ ਬਾਹਰਲੇ ਘਰ ਹੀ ਪੀਂਦੇ ਪੂੰਦੇ ਰਹੇ ਤੇ ਖਾਲੀ ਬੋਤਲ ਮੋਦੂ ਚਮਿਆਰ ਦੀ ਧੀ ਲੈ ਗਈ ਮੰਗ ਕੇ ਤੇਰੇ ਬਾਬੇ ਤੋਂ। ਤੈਨੂੰ ਪਤਾ ਜਵਾਬ ਤਾਂ ਦੇ ਹੀ ਨਹੀਂ ਹੁੰਦਾ ਉਸ ਤੋਂ ਕਿਸੇ ਨੂੰ। ਆਖੇ ਬਾਬਾ ਜੀ ਹੱਟੀਆਂ ਮਿੱਟੀ ਦਾ ਤੇਲ ਲਿਆਉਣਾ। ਮੈਂ ਕਿਹਾ ਵੀ ਬਈ ਘਰ ਕੰਮ ਆ ਜਾਂਦੀ, ਨਹੀਂ ਤਾਂ ਹੁਣ ਚਿੱਟੀ ਬੋਤਲ ਤਾਂ ਵਿਕ ਵੀ ਤਿਉਂ ਆਨਿਆਂ ਦੀ ਜਾਂਦੀ ਹੈ। ਤੂੰ ਭਾਨੋ ਤੋਂ ਪੁੱਛ ਲੈ। ਮੇਰਾ ਨਹੀਂ ਉਸ ਦੇ ਮੱਥੇ ਲੱਗਣ ਨੂੰ ਜੀ ਕਰਦਾ। ਮੈਂ ਤਾਂ ਕੱਲ ਸਾਡੇ ਜਾਗਰ ਨਾਲ ਵੀ ਲੜ ਪਈ, ਬਈ ਕੀ ਕੰਮ ਹੈ ਤੇਰਾ ਉਹਨਾਂ ਦੇ ਘਰ ਗੇੜੇ ਮਾਰਨ ਦਾ। ਕੁੜੇ ਦਿਆਲੋ, ਜਾਗਰ ਨੂੰ ਵਿਆਹ ਲੈ ਹੁਣ, ਕਦੋਂ ਤਾਈਂ ਤੇਰੇ ਹੱਥਾਂ ਕੰਨੀ ਝਾਕਦਾ ਰਹੂ। ਬੇਬੇ, ਕੋਈ ਕੰਮ ਦਾ ਸਾਕ ਆਵੇ ਤਾਂ ਗੱਲ ਹੈ, ਮਾੜੇ ਘਰ ਦੀ ਮੈਂ ਕੋਈ ਲੈਣੀ ਨਹੀਂ ਚਾਹੁੰਦੀ, ਜਿਹੜੀ ਆਉਂਦੀਓਂ ਲੈ ਕੇ ਅੱਡ ਹੋ ਜੇ। ਲੋਕ ਤਾਂ ਕਹਿੰਦੇ ਹੋਣਗੇ ਬਈ ਲਾਲਚ ਦੀ ਮਾਰੀ ਨਹੀਂ ਵਿਆਹੁੰਦੀ ਦਿਓਰ ਨੂੰ, ਪਰ ਰੱਬ ਨੂੰ ਜਾਨ ਦੇਣੀ ਹੈ। ਮੈਂ ਤਾਂ ਤੇਰੇ ਪੁੱਤ ਨੂੰ ਕਈ ਵਾਰੀ ਆਖ ਹਟੀਆਂ, ਬਈ ਲੋਕਾਂ ਨੇ ਕਾਲਜ ਦਾ ਠੀਕਰਾ ਮੇਰੇ ਸਿਰ ਹੀ ਭੰਨਣਾ ਹੈ। ਤੂੰ ਲੈ ਲੈ ਕੋਈ ਸਾਕ, ਕੋਈ ਆਵੇ ਤਾਂ ਤੇਰੇ ਨਾਲ ਹੱਥ ਵਟਾਵੇ। ਕਲਾਪੀ ਨੂੰ ਤਾਂ ਖਰਾ ਹੀ ਔਖਾ ਹੁੰਦਾ ਬਹੂ, ਮੇਰੇ ਨਾਲ ਤਾਂ ਕੀ ਹੱਥ ਵਟਾਊ। ਚੱਲ ਘਰ ਤਾਂ ਵਸਦਾ ਹੋ, ਜਾਗਰ ਆਉਂਦਾ ਖਬਰ ਨਹੀਂ। ਸੰਤੀ ਨੇ ਮੱਥੇ ਉੱਤੇ ਹੱਥ ਧਰ ਕੇ ਦੂਰੋਂ ਆਉਂਦੇ ਜਾਗਰ ਨੂੰ ਪਹਿਚਾਣਦਿਆਂ ਕਿਹਾ, ਆਹੋ ਉਹੀ ਹੈ ਅੱਗ ਲੱਗੀ ਵਾਲਾ, ਜਾਂਦਾ ਹੋ ਭਾਨੜੋ ਦੇ ਘਰ ਨੂੰ। ਟੁੱਟ ਪੈਣਾ, ਕੱਲ ਅਜੇ ਮੇਰੇ ਕੋਲ ਨੇਮ ਚੱਕ ਕੇ ਹਟਿਆ ਹੈ। ਇੰਨੇ ਨੂੰ ਜਾਗਰ ਨੇੜੇ ਆ ਗਿਆ। ਵੇ ਕਿੱਧਰ ਨੂੰ ਮੂੰਹ ਚੱਕੀ ਉਹਨੇ ਜਾਗਰਾ? ਦਿਆਲੋ ਨੇ ਖਿੱਚ ਕੇ ਪੁੱਛਿਆ। ਮੈਂ ਤੈਨੂੰ ਹੀ ਸੱਦਣ ਆਇਆ ਭਾਬੀ, ਮੁੰਡਾ ਕਦੋਂ ਦਾ ਵਿਲਕੀ ਜਾਂਦਾ, ਤੂੰ ਮੁੜ ਕੇ ਹੀ ਨਹੀਂ ਆਈ। ਦਾਰੂ ਦਾ ਭੋਰਾ ਕਿਤੋਂ ਮਿਲਦਾ ਤਾਂ ਆਉਂਦੀ, ਮੈਂ ਲੈ ਆਉਣਾ ਨਰੈਣ ਤੋਂ। ਆਹੋ, ਨਰੈਣ ਕੇ ਘਰ ਤੋਂ ਬਿਨਾਂ ਤੈਨੂੰ ਦਾਰੂ ਥਿਆਉਂਦੀ ਭਲਾ ਕਿਤੋਂ? ਤੂੰ ਚੱਲ ਮੈਂ ਆਇਆ, ਆਖ ਜਾਗਰ ਕਾਲੀ ਕਾਲੀ ਭਾਨੋ ਦੇ ਘਰ ਵੱਲ ਨੂੰ ਤੁਰ ਗਿਆ। ਦੇਖ ਲੈ ਬੇਬੇ, ਇਸ ਤੀਮੀ ਦੇ ਵਸਮ ਜਾਗਰ ਸਾਹ ਕਿਹੜਾ ਲੈਂਦਾ, ਚੱਲ ਲੈਣ ਦੇ ਅੱਜ ਘਰ ਜਾਂ ਇਸ ਨਾਲ ਤਾਂ ਕਪੱਤ। ਮਖਾ ਦਿਆਲੋ, ਐਵੇਂ ਨੀ ਵਾ ਨੂੰ ਗੰਢਾ ਦੇਈ ਦੀਆਂ। ਨਰੈਣ ਨਾਲ ਜਾਗਰ ਦਾ ਬਹਿਣ ਉੱਠਣ ਤਾਂ ਕਈ ਸਾਲਾਂ ਦਾ ਹੈ। ਨਹੀਂ ਬੇਬੇ, ਤੈਨੂੰ ਨਹੀਂ ਪਤਾ ਇਸ ਤੀਮੀ ਦਾ। ਨਰੈਣ ਤਾਂ ਉਹੀ ਡੰਗਰ ਹੈ, ਉਹ ਤਾਂ ਤੁਰੀ ਜਾਂਦੀ ਅੱਖਾਂ ਨਾਲ ਹੀ ਗੱਲਾਂ ਕਰੀ ਜਾਂਦੀ ਹੈ। ਮੈਨੂੰ ਕਿਸੇ ਨੇ ਦੱਸਿਆ ਸੀ ਉਹ ਬਾਹਰ ਕੰਨੀ ਵੀ ਸਾਡੇ ਖੂਹ ਕੰਨੀ ਹੀ ਜਾਂਦੀ ਹੁੰਦੀ ਹੈ। ਮੈਂ ਤਾਂ ਗੁੱਤਨੀ ਪੱਟ ਦੂੰ ਫੜ ਕੇ ਭਜੜੇ ਪਿੱਟੀ ਦੀ। ਕੁੜੇ ਦਿਆਲੋ, ਬਿਨਾਂ ਅੱਖੀਂ ਦੇਖਿਆ ਕਿਸੇ ਨੂੰ ਕੁਛ ਨਹੀਂ ਕਹੀਦਾ। ਅੱਜ ਕੱਲ ਲਾਈਆਂ ਬੁਝਾਈਆਂ ਲਾਉਣ ਵਾਲੇ ਵੀ ਬਥੇਰੇ ਨੇ। ਤੂੰ ਗਈ ਨਹੀਂ ਭਾਬੀ ਘਰ, ਮੁੰਡਾ ਰੋਂਦਾ ਹੋਊ। ਚੱਲ ਲੈ ਆਇਆ ਮੈਂ ਸ਼ਰਾਬ। ਤੁਰੇ ਜਾਂਦੇ ਜਾਗਰ ਨੇ ਹੱਥ ਦੇ ਕੇ ਟੱਕੀ ਸ਼ਰਾਬ ਦੀ ਕੌਲੀ ਦਿਆਲੋ ਨੂੰ ਵਿਖਾਉਂਦਿਆਂ ਕਿਹਾ,
ਦਿਆਲੋ ਵੀ ਉਸਦੇ ਨਾਲ ਤੁਰ ਪਈ। ਜਾਗਰਾ, ਤੇਰੇ ਇਹ ਚਾਲੇ ਮੈਨੂੰ ਨਹੀਂ ਪਸੰਦ। ਬੀਹੀ ਵਿੱਚ ਤੁਰੇ ਜਾਂਦਿਆਂ ਦਿਆਲੋ ਨੇ ਜਾਗਰ ਨੂੰ ਕਿਹਾ ਤੇ ਆਪਣੀ ਭੈਂਗੀ ਅੱਖ ਨਾਲ ਜਾਗਰ ਨੂੰ ਤਾੜਿਆ। ਤੂੰ ਤਾਂ ਉਹੀ ਔਖੀ ਹੁੰਨੀ ਐ ਭਾਬੀ, ਉਹ ਕੀ ਤੇਰੇ ਨਾਲੋਂ ਸੋਹਣੀ ਐ? ਜਾਗਰ ਨੇ ਹੌਲੀ ਦੇ ਕੇ ਮੁਸ਼ਕਲੀ ਕੀਤੀ। ਆਹੋ, ਮੈਂ ਜਾਣਦੀ ਆ, ਕਹਿੰਦਾ ਹੋਏਗਾ ਬਈ ਭਾਬੀ ਤਾਂ ਹੁਣ ਪੁਰਾਣੀ ਹੋ ਗਈ, ਇਸ ਦਾ ਕੀ ਐ? ਦਿਆਲੋ ਨੇ ਕੁੜਤੀ ਦਾ ਖੁੱਲ ਗਿਆ ਬਟਨ ਅੜਾਉਂਦਿਆਂ ਕਿਹਾ। ਨਹੀਂ, ਮੈਨੂੰ ਤਾਂ ਤੂੰ ਪੁਰਾਣੀ ਹੋਈ ਨਹੀਂ ਲੱਗਦੀ, ਬਸ ਇੱਕੋ ਨੁਕਸ ਹੈ ਬਈ ਲੜਦੀ ਰਹਿਨੀ ਐ। ਨਾ ਹੋਰ ਤੈਨੂੰ ਰਿਆ ਫਿਰਨ ਦਿਆਂ। ਦੇਖ ਤਾਂ, ਤੀਮੀ ਨਹੀਂ ਤੀਮੀ ਦਾ ਵਰਗ ਨਹੀਂ, ਖਬਰ ਨਹੀਂ ਕਿਹਦੀ ਝੂਠ ਹੈ। ਤੇਰੀ ਅੱਡੀ ਕਿਹੜਾ ਲੱਗਦੀ ਐ ਫਟ ਉੱਥੇ। ਨਹੀਂ ਭਾਬੀ, ਭਾਨੋ ਇਹੋ ਜੀ ਨਹੀਂ। ਆਹੋ ਵੇ, ਮੈਂ ਜਾਣਦੀ ਆ ਗਿਆ ਭਾਨੋ ਦਾ ਵੱਡਾ ਹਮੈਤੀ। ਇਹੋ ਜੀਆਂ ਨੂੰ ਤੱਤੜੇ ਤਾਂ ਬਥੇਰੇ ਲਾਉਣੇ ਆਉਂਦੇ ਨੇ, ਹੋਰ ਤਾਂ ਉਹ ਦੁੱਧ ਧੋਤੀ ਐ। ਹੁਣ ਤਾਈਂ ਖਬਰ ਨਹੀਂ ਕਹਿ ਛੱਡੇ ਨੇ ਤੇ ਕਹਿ ਕੀਤੇ ਨੇ। ਸੋ ਅੱਜ ਤੇਰੇ ਬਾਈ ਨੂੰ ਘਰ ਚੱਲ ਐ। ਕੀ ਦੱਸੇਂਗੀ? ਜਾਗਰ ਨੇ ਚਾਂਬਲ ਕੇ ਪੁੱਛਿਆ। ਬਈ ਨਰੈਣ ਮਾਰੇ ਦੇ ਘਰ ਹੀ ਵੜਿਆ ਰਹਿੰਦਾ। ਮੈਂ ਦੱਸੂਗਾ ਬਈ ਭਾਬੀ ਕਾਤੋਂ ਖਿੱਚਦੀ ਐ ਚੜਦਿਆਂ ਨੂੰ ਰੋਣ ਨੂੰ। ਤੈਨੂੰ ਤਾਂ ਨਹੀਂ, ਮੈਨੂੰ ਤਾਂ ਘਰ ਦੀ ਇੱਜ਼ਤ ਦਾ ਖਿਆਲ ਐ। ਨਿਆਣਾ ਹੋਵੇਂ ਚਪੇੜ ਮਾਰ ਕੇ ਬਿਠਾ ਲਾਂ। ਹੈ ਹੀ ਬੁੱਢ ਵਲੇਟ। ਦੀਵੇ ਮਿਲਦਿਆਂ ਨਾਲ ਪੋਲੇ ਪੈਰ ਧਰਦਾ ਡੱਬ ਵਿੱਚ ਬੋਤਲ ਦੇਈ ਨਰੈਣ ਦੇ ਘਰ ਵੱਲ ਚੋਰਾਂ ਵਾਂਗੂ ਤੁਰਿਆ ਜਾਂਦਾ। ਜਾਗਰ ਸੋਚ ਰਿਹਾ ਸੀ, ਕਿਤੇ ਠੀਕ ਹੀ ਤਾਂ ਨਹੀਂ ਸੀ ਆਖਦੀ ਭਾਬੀ। ਨਹੀਂ, ਨਰੈਣ ਤਾਂ ਆਪਣਾ ਯਾਰ ਹੈ। ਭਾਨੋ, ਹਾਂ ਭਾਨੋ, ਨਹੀਂ ਉਹ ਤਾਂ ਆਪਣੀ ਭਾਬੀ ਹੈ। ਜਾਗਰ ਨੇ ਹੌਲੀ ਦੇ ਕੇ ਭੇੜਿਆ ਹੋਇਆ ਦਰ ਖੜਕਾਇਆ। ਰੋਟੀ ਪਕਾਉਂਦੀ ਭਾਨੋ ਨੇ ਉੱਠ ਕੇ ਦਰ ਖੋਲਿਆ। ਜਾਗਰ ਦੇ ਕੁਝ ਵੀ ਕਹਿਣ ਤੋਂ ਪਹਿਲਾਂ ਉਹ ਬੋਲੀ, ਤੇਰਾ ਬਾਈ ਤਾਂ ਘਰ ਨਹੀਂ ਜਾਗਰਾ। ਚੰਗਾ, ਮੈਂ ਚੁਬਾਰੇ 'ਚ ਬੈਠਦਾ, ਜਦੋਂ ਆ ਗਿਆ ਭੇਜਦੀ, ਕਹਿੰਦਾ ਜਾਗਰ ਪੌੜੀ ਚੜ ਗਿਆ। ਬਿੰਦਕ ਮਗਰੋਂ ਫੇਰ ਹੇਠਾਂ ਆ ਉਤਰਿਆ। ਭਾਬੀ, ਪਾਣੀ ਦੀ ਗੜਵੀ ਤਾਂ ਦਹੀਂ, ਨਾਲੇ ਗਲਾਸ ਵੀ। ਤੂੰ ਆਪਣੇ ਬਾਈ ਆਏ ਤੋਂ ਹੀ ਆ ਜੀ ਜਾਗਰਾ, ਆਖ ਭਾਨੋ ਨੇ ਬੂਹਾ ਭੇੜ ਲਿਆ। ਜੱਕੇ ਤੱਕੇ ਕਰਦਾ ਉਹ ਬਾਰ ਖੋਲ ਕੇ ਮਗਰ ਹੀ ਚਲਿਆ ਗਿਆ। ਤੂੰ ਸ਼ਾਇਦ ਮੈਨੂੰ ਓਪਰਾ ਬੰਦਾ ਸਮਝਦੀ ਹੈ ਭਾਬੀ, ਪਰ ਨਰੈਣ ਅਸਲ ਵਿੱਚ ਮੇਰਾ ਚਾਚਾ ਲੱਗਦਾ ਹੈ। ਪਰ ਮੁੱਢ ਤੋਂ ਹੀ ਆੜੀ ਰਿਹਾ, ਇਸ ਖਾਤਰ ਮੈਂ ਉਸਨੂੰ ਬਾਈ ਆਖਦਾ। ਉਸ ਨੇ ਤਾਂ ਮੈਨੂੰ ਨਿੱਕੇ ਹੁੰਦੇ ਨੂੰ ਗੋਦੀ ਚੁੱਕ ਕੇ ਖਿਡਾਇਆ। ਨਹੀਂ, ਮੇਰਾ ਮਤਲਬ ਸੀ ਤੇਰਾ ਬਾਈ ਘਰ ਨਹੀਂ। ਤੇ ਭਾਨੋ ਆਖਦੀ ਨੇ ਉਸਨੂੰ ਉੱਥੋਂ ਤੋਰਨ ਦੀ ਖਾਤਰ ਪਾਣੀ ਦੀ ਗੜਵੀ ਤੇ ਖਾਲੀ ਗਲਾਸ ਕੋਲ ਲਿਆ ਧਰਿਆ। ਜਾਗਰ ਬਿੰਦਕ ਚੁੱਪ ਕਰਿਆ ਬੈਠਾ ਭਾਨੋ ਵੱਲ ਝਾਕਦਾ ਰਿਹਾ, ਜਿਵੇਂ ਉਸ ਨੇ ਕੁਝ ਆਖਣਾ ਹੋਵੇ। ਭਾਨੋ ਨੀਵੀਂ ਪਾਈ ਰੋਟੀਆਂ ਲਾਉਂਦੀ ਰਹੀ। ਫਿਰ ਪਾਣੀ ਦੀ ਗੜਵੀ ਤੇ ਖਾਲੀ ਗਲਾਸ ਲੈ ਕੇ ਉਹ ਕੋਠੇ ਤੇ ਜਾ ਚੜਿਆ। ਇਕੱਲਾ ਹੀ ਬੈਠਾ ਪੀਂਦਾ ਰਿਹਾ। ਭਾਨੋ ਰੋਟੀਆਂ ਪਕਾ ਕੇ ਹਟੀ ਹੀ ਸੀ ਜਦੋਂ ਜਾਗਰ ਫਿਰ ਹੇਠਾਂ ਉਤਰ ਆਇਆ। ਭਾਨੋ ਨੇ ਚੋਪੜਨ ਲਈ ਰੋਟੀਆਂ ਛਾਬੇ ਵਿੱਚ ਖਲੇਰ ਲਈਆਂ, ਜੋ ਭਾਫ ਨਿਕਲ ਜਾਵੇ। ਜਾਗਰ ਨੇ ਜਾਣ ਕੇ ਖੰਘੂਰਾ ਮਾਰਿਆ ਜੋ ਭਾਨੋ ਉਸ ਵੱਲ ਵੇਖੇ। ਭਾਨੋ ਆਪਣੇ ਧਿਆਨ ਕੁੱਜੇ ਵਿੱਚੋਂ ਥੰਦੇ ਦਾ ਹੱਥ ਲਾ ਰੋਟੀਆਂ ਚੋਪੜਦੀ ਰਹੀ। ਮੈਂ ਕਿਹਾ, ਭਾਬੀ ਤੂੰ ਸਾਡੇ ਨਾਲ ਗੁੱਸੇ ਹੈ? ਜਾਗਰ ਨੇ ਚੌਂਕੇ ਵਿੱਚ ਪੀੜੀ ਉੱਤੇ ਬੈਠਦਿਆਂ ਕਿਹਾ। ਸ਼ਰਾਬ ਦੀ ਹਵਾੜ ਭਾਨੋ ਦੇ ਸਿਰ ਨੂੰ ਚੜੀ। ਉਸਨੇ ਇੱਕ ਵਾਰੀ ਜਾਗਰ ਵੱਲ ਵੇਖਿਆ ਤੇ ਨੀਵੀਂ ਪਾਈ ਆਪਣੇ ਕੰਮ ਲੱਗੀ ਰਹੀ। ਮੈਂ ਕਿਹਾ, ਭਾਬੀ ਛੋਟੇ ਦਿਓਰ ਨਾਲ ਕਦੇ ਹੱਸ ਕੇ ਵੀ ਗੱਲ ਕਰ ਲਿਆ ਕਰ। ਲੋਕਾਂ ਦੀਆਂ ਭਾਬੀਆਂ ਤਾਂ 100 ਖਾਤਰਾਂ ਕਰਦੀਆਂ ਨੇ ਆਪਣੇ ਦਿਓਰਾਂ ਦੀਆਂ। ਭਾਨੋ ਜਰਾ ਘੂਰੀ ਪਾ ਕੇ ਉਸ ਵੱਲ ਝਾਕੀ ਤੇ ਬੋਲੀ, ਜਾਗਰਾ, ਉੱਪਰ ਹੀ ਜਾ ਕੇ ਬਹਿ ਜਾ। ਜਦੋਂ ਤਾਈਂ ਤੂੰ ਨਹੀਂ ਮੰਨਦੀ ਮੈਂ ਨਹੀਂ ਜਾਂਦਾ। ਜਾਗਰ ਲੱਤਾਂ ਪਸਾਰ ਕੇ ਬੈਠਦਾ ਹੋਇਆ ਬੋਲਿਆ, ਜਾਗਰਾ, ਇਹ ਗੱਲ ਚੰਗੀ ਨਹੀਂ। ਭਾਨੋ ਨੇ ਸੜਬੜ ਕੇ ਕਿਹਾ। ਭਾਬੀ, ਭਾਵੇਂ ਚੰਮ ਦੀਆਂ ਜੁੱਤੀਆਂ ਸਵਾ ਲੈ, ਪਰ ਘੂਰ ਕੇ ਨਾ ਵੇਖ। ਭਾਨੋ ਚੁੱਪ ਕਰ ਰਹੀ। ਸਾਰਾ ਦਿਨ ਸੋਚਦੇ ਨੂੰ ਮਸਾਂ ਕਿਤੇ ਦਿਨ ਛਿਪਦਾ, ਤਰਸ ਜਾਈਦਾ ਤੇਰਾ ਮੂੰਹ ਦੇਖਣ ਨੂੰ ਵੀ। ਮੂੰਹ ਨੂੰ ਕੀ ਮੇਰੇ ਨੂੰ ਫੁੱਲ ਲੱਗੇ ਹੋਏ ਨੇ? ਭਾਨੋ ਨੇ ਰੋਟੀਆਂ ਪੌਣੇ ਵਿੱਚ ਵਲੇਟ ਕੇ ਡੱਬੇ ਵਿੱਚ ਪਾ ਕੇ ਪੀੜੇ ਵਿੱਚ ਧਰਦਿਆਂ ਕਿਹਾ। ਇਹੀ ਤਾਂ ਮੈਨੂੰ ਵੀ ਸਮਝ ਨਹੀਂ ਆਉਂਦੀ। ਘਰੋਂ ਵੀ ਕੁੱਤੇ ਖਾਣੀ ਕਰਾਈਦੀ ਹੈ, ਤੂੰ ਵੀ ਸ਼ਿਸ਼ਕੇਰ ਛੱਡਦੀ ਹੈ, ਫਿਰ ਵੀ ਮਨ ਸਹੁਰਾ ਇੱਧਰ ਨੂੰ ਤੋੜ ਲੈਂਦਾ। ਭਾਨੋ ਆਟੇ ਵਾਲੀ ਪਰਾਤ ਵਿੱਚ ਪਾਣੀ ਪਾ ਕੇ ਖੁਰਚਣੇ ਨਾਲ ਆਟਾ ਖੁਰਚਣ ਲੱਗ ਪਈ। ਭਾਬੀ, ਸਰਵਣ ਵੀ ਮੇਰਾ ਆੜੀ ਸੀ। ਇੱਕ ਵਾਰੀ ਜਰਗ ਦੇ ਮੇਲੇ ਤੇ ਉਹ ਮੇਰੇ ਨਾਲ ਘੁਲਿਆ ਵੀ ਸੀ। ਭਾਨੋ ਗੁੱਸਾ ਭੁੱਲ ਗਈ, ਹੌਕਾ ਭਰਿਆ, ਰੋਣ ਹਾਕੀ ਹੋ ਕੇ ਜਾਗਰ ਵੱਲ ਵੇਖਿਆ। ਉਦੋਂ ਹੀ ਪਤਾ ਲੱਗਿਆ ਜਦੋਂ ਜਾਗਰ ਨੇ ਉਸਦੀ ਬਾਂਹ ਫੜ ਲਈ। ਨਹੀਂ ਜਾਗਰਾ, ਨਹੀਂ, ਭਾਨੋ ਨੇ ਝੁੰਝਲਾ ਕੇ ਕਿਹਾ। ਤੂੰ ਤਾਂ ਲਹੂ ਪੀ ਲਿਆ ਮੇਰਾ। ਨਾ ਦਿਨੇ ਚੈਨ ਹੈ ਨਾ ਰਾਤ ਨੂੰ। 2 ਮਹੀਨੇ ਹੋ ਗਏ ਗੇੜੇ ਕੱਢਦੇ ਨੂੰ। ਨਰੈਣ ਵੀ ਕੋਈ ਬੰਦਾ ਜਿਹਦੀ ਖਾਤਰ ਮੇਰੇ ਨਾਲ ਇਉਂ ਕਰਦੀ ਹੈ।
ਜਾਗਰ ਨੇ ਉਸ ਨੂੰ ਛਟਪਟਾਉਂਦੀ ਨੂੰ ਬਾਹਾਂ ਵਿੱਚ ਲਪੇਟ ਕੇ ਕਿਹਾ, ਨਹੀਂ ਨਹੀਂ, ਮੈਂ ਰੌਲਾ ਪਾ ਦੇਣਾ ਜਾਗਰਾ, ਰੱਬ ਦੇ ਵਾਸਤੇ ਜਾਂਦਾ ਕਿੱਥੇ ਜਾਵਾਂ। ਮੱਝ ਨੇ ਸਿਰ ਹਿਲਾਇਆ, ਸੰਗਲ ਖੜਕਿਆ। ਜਾਗਰ ਨੇ ਸਮਝਿਆ ਨਰੈਣ ਆ ਗਿਆ। ਉਹ ਭਾਨੋ ਨੂੰ ਛੱਡ ਕੇ ਪਰਾਂ ਹੋ ਗਿਆ। ਭਾਨੋ ਨੱਠ ਕੇ ਅੱਗ ਦੇ ਭੰਬੂਕੇ ਵਾਂਗੂ ਬਾਹਰ ਨਿਕਲ ਗਈ। ਉਸੇ ਤਰ੍ਹਾਂ ਬਾਰ ਖੁੱਲਾ ਛੱਡ ਕੇ ਉਹ ਡਰੀ ਘਬਰਾਈ ਸੰਤੀ ਦੇ ਘਰ ਜਾ ਵੜੀ। ਕੁੜੇ ਭਾਨੋ, ਤੂੰ ਐ? ਕਿਵੇਂ ਕੰਧੀ ਕੋਲੀ ਲੱਗਦੀ ਫਿਰਦੀ ਐ? ਸੰਤੀ ਨੇ ਦਰਾਂ ਮੂਹਰੇ ਬੈਠੇ ਕਤੂਰੇ ਨੂੰ ਬੁਰਕੀ ਸੁੱਟਦਿਆਂ ਪੁੱਛਿਆ। ਮੈਂ ਹੀ ਆ ਬੇਬੇ, ਆ ਕੇ ਭਾਨੋ ਉਸਦੇ ਕੋਲ ਜਾ ਕੇ ਰੋ ਪਈ। ਹੋ ਕੀ ਗਿਆ, ਦੱਸ ਤਾਂ ਸਹੀ। ਨਰੈਣ ਨੇ ਕੁਝ ਕਿਹਾ? ਸੰਤੀ ਨੇ ਉਸ ਦੇ ਸਿਰ ਉੱਤੇ ਹੱਥ ਰੱਖ ਕੇ ਵਰਤਾਉਂਦਿਆਂ ਕਿਹਾ, ਨਹੀਂ ਬੇਬੇ, ਉਹ ਤਾਂ ਘਰ ਨਹੀਂ। ਤੇ ਜਾਗਰ ਅੱਗੋਂ ਗੱਲ ਹਟਕੋਰਿਆਂ ਵਿੱਚ ਖੋ ਗਈ। ਅੱਛਾ, ਉਸਦੀ ਇਹ ਮਜਾਲ, ਮੈਂ ਹੁਣੇ ਪੱਟਦੀ ਆਂ ਦਾੜੀ ਹਰਾਮੀ ਦੀ, ਆਖਦੀ ਸੰਤੀ ਦਰਾਂ ਕੋਲ ਪਏ ਗੰਨੇ ਦੇ ਟੋਟੇ ਨੂੰ ਚੁੱਕ ਕੇ ਤੁਰ ਪਈ। ਬੇਬੇ ਡੰਡ ਨਾ ਪਾਈ, ਲੋਕ ਕੀ ਕਹਿਣਗੇ? ਭਾਨੋ ਨੇ ਵਾਸਤਾ ਪਾਇਆ। ਜਾਨੀ, ਲੋਕਾਂ ਨੇ ਕੀ ਕਹਿਣਾ ਸੀ? ਇਹ ਗਿੱਜਿਆ ਭਲਕੇ ਕਿਸੇ ਹੋਰ ਦੀ ਇੱਜ਼ਤ ਨੂੰ ਹੱਥ ਪਾਊਗਾ। ਮਖਾ ਇਸ ਦਾ ਕੰਮ ਕੀ ਏ ਇਸ ਵੇਲੇ ਸਾਡੀ ਬੀਹ ਵੜਨ ਦਾ? ਸੰਤੀ ਬੋਲਦੀ ਜਾ ਰਹੀ ਸੀ। ਸੰਤੀ ਦੇ ਜਾਣ ਤੋਂ ਪਹਿਲਾਂ ਹੀ ਜਾਗਰ ਜਾ ਚੁੱਕਿਆ ਸੀ, ਪਰ ਜਿਹੜਾ ਵੀ ਕੋਈ ਮਿਲੇ ਸੰਤੀ ਇਹੀ ਆਖੇ, ਹੈ ਨਹੀਂ ਹਨੇਰ ਸਾਈਂ ਦਾ, ਦਿਆਲੋ ਦਾ ਰੁੜ ਜਾਣਾ। ਜਾਗਰ ਸ਼ਰਾਬ ਪੀ ਕੇ ਨਰੈਣੇ ਦੇ ਘਰ ਜਾ ਵੜਿਆ। ਨਹੀਂ ਬੇਬੇ, ਤੈਨੂੰ ਕੀ ਪਤਾ, ਕਈ ਵਾਰੀ ਇਹੋ ਜੀਆਂ ਆਪ ਹੀ ਪਹਿਲਾਂ ਮਗਰ ਲਾ ਲੈਂਦੀਆਂ ਨੇ, ਤੇ ਜੇ ਕੋਈ ਓਪਰਾ ਆ ਜੇ ਤਾਂ ਡੰਡ ਪਾ ਦਿੰਦੀਆਂ ਨੇ। ਸੱਚੀਆਂ ਬਣਨ ਦੀਆਂ ਮਾਰੀਆਂ, ਬਚਨੀ ਨੇ ਸੰਤੀ ਨੂੰ ਦੱਸਿਆ। ਕੁੜੇ ਨਹੀਂ, ਇੰਨੇ ਮਹੀਨੇ ਹੋ ਗਏ ਨੇ ਭਾਨੋ ਨੂੰ ਆਈ ਨੂੰ, ਕਦੇ ਅੱਖ 'ਚ ਪਾਈ ਨਹੀਂ ਰੜਕੀ। ਉਹ ਨਹੀਂ ਇਹੋ ਜੀ ਵੇ, ਕਹਿੰਦੇ ਨੇ ਜਾਗਰ ਸ਼ਹਿਰੋਂ ਸੂਟ ਸਵਾ ਕੇ ਲਿਆਇਆ ਹੈ। ਹੋਰ ਐਵੇਂ ਤਾਂ ਨਹੀਂ ਆਉਂਦੇ ਸੂਟ? ਨਹੀਂ ਕੁੜੇ, ਇਹ ਤਾਂ ਮੇਰੇ ਸਾਹਮਣੇ ਦੀ ਗੱਲ ਹੈ। ਉਹ ਤਾਂ ਨਰੈਣ ਨੇ ਆਪ ਫੜਾਤਾ ਸੀ, ਬਈ ਘਰ ਦੇ ਆਈ। ਆਪ ਉਹ ਕਿਸੇ ਕੰਮ ਭਰਥਰੇ ਨੂੰ ਚੱਲਿਆ ਗਿਆ ਸੀ। ਆਹੋ ਬੇਬੇ, ਹੋਰ ਤੇਰੇ ਬੈਠੀ ਤਾਂ ਉਹ ਕੀ ਆਖਦਾ? ਇਹੀ ਆਖਣਾ ਸੀ ਵੀ ਨਰੈਣ ਨੇ ਫੜਾਇਆ। ਫੇਰ ਭਾਈ ਰੱਬ ਦੀਆਂ ਰੱਬ ਜਾਣੇ, ਆਖਦੀ ਸੰਤੀ ਨੇ ਦਰਾਂ ਮੂਹਰੇ ਖੜੋਤੀ ਡੱਬੀ ਕੁੱਤੀ ਦੇ ਟਿਕਾ ਕੇ ਗੰਨਾ ਮਾਰਿਆ। ਉਹ ਚੌਂ ਚੌਂ ਕਰਦੀ ਤਿੰਨਾਂ ਲੱਤਾਂ ਨਾਲ ਹੀ ਉੱਥੋਂ ਭੱਜ ਤੁਰੀ। ਅੱਜ ਕਰਦੇ ਹਾਂ ਇੰਨਾ ਹੀ, ਇਸ ਤੋਂ ਅਗਲਾ ਪਾਰਟ ਸ਼ੁਰੂ ਕਰਾਂਗੇ ਕੱਲ। ਜੇ ਤੁਹਾਨੂੰ ਇਹ ਨਾਵਲ ਚੰਗਾ ਲੱਗਿਆ ਹੋਏ ਤਾਂ ਕਮੈਂਟ ਬਾਕਸ ਵਿੱਚ ਇਸ ਦੇ ਬਾਰੇ ਜ਼ਰੂਰ ਦੱਸਣਾ। ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਤੇ ਸਬਸਕ੍ਰਾਈਬ ਕਰਨਾ। ਮਿਲਾਂਗੇ ਇਸ ਦੇ ਅਗਲੇ ਪਾਰਟ ਨਾਲ ਕੱਲ। ਤਦ ਤੱਕ ਲਈ ਧੰਨਵਾਦ।